ਅਗੰਮ ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੁਲੇ ਬੁਲਾਇਆ ਤੇਰਾ। ਅਗੰਮ ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੁਲੇ ਬੁਲਾਇਆ ਤੇਰਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਪ ਹਾਥ ਦੇ ਮੁਝੇ ਉਬਰੀਐ। ਮਰਨ ਕਾਲ ਕਾ ਤਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪਛਾ। ਸ਼੍ਰੀ ਅਸ ਤੁਜ ਜੋ ਕਰਿਓ ਰੱਛਾ। ਰਾਖ ਲਿਓ ਮੋਹਿ ਰਾਖਨ ਹਾਰੇ। ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ। ਤੁਮ ਹੋ ਪੁਰੀ ਚਤੁਰਦਸ ਕੰਤਾ। ਦੀਨ ਬੰਧ ਦੁਸ਼ਟਨ ਕੇ ਹੰਤਾ। ਤੁਮ ਹੋ ਪੁਰੀ ਚਤੁਰਦਸ ਕੰਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਰਬ ਸਾਂਝੀਵਾਲਤਾ ਦੇ ਪੈਗੰਬਰ, ਦੀਨ ਦੁਨੀਆ ਦੇ ਰਾਖੇ, ਮਨੁੱਖਤਾ ਦੇ ਸਾਂਝੇ ਰਹਿਬਰ, ਗੁਰਤਾ ਗੱਦੀ ਤੇ ਸੁਭਾਇਮਾਨ ਹਲਤ ਪਲਤ ਕੇ ਰੱਖਿਅਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਮਾਈ ਭਾਈ ਗੁਰਸਿੱਖ ਸੰਗਤ ਦੂਰੋਂ ਨੇੜਿਓਂ ਚੱਲ ਕੇ ਆਏ ਹੋ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਪਰਮਾਤਮਾ ਵੱਲੋਂ ਮਿਲਿਆ ਹੋਇਆ ਮਨੁੱਖਾ ਜੀਵਨ ਸਫਲ ਕਰਨ ਦਾ ਯਤਨ ਕਰ ਰਹੇ ਹੋ, ਵਡਭਾਗੇ ਹੋ। ਬੜੇ ਅਦਬ ਸਤਿਕਾਰ ਨਾਲ ਆਪ ਜੀਆਂ ਨੇ ਹਜ਼ੂਰੀ ਰਾਗੀ ਜਥੇ ਤੋਂ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ। ਉਪਰੰਤ ਸਤਿਗੁਰੂ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਕੁਝ ਸਮਾਂ ਸਾਨੂੰ ਸਾਰਿਆਂ ਨੂੰ ਗੁਰਮਤਿ ਵਿਚਾਰਾਂ ਦਾ ਬਖਸ਼ਿਸ਼ ਕੀਤਾ। ਆਓ ਇਸ ਮਿਲੇ ਹੋਏ ਸਮੇਂ ਨੂੰ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਜਿੱਥੇ ਅਸੀਂ ਰੱਬੀ ਸਿਧਾਂਤਾਂ ਨਾਲ, ਗੁਰਮਤਿ ਸਿਧਾਂਤਾਂ ਨਾਲ ਜੁੜਨਾ ਹੈ, ਗੁਰੂ ਉਪਦੇਸ਼ ਨੂੰ ਮਨ 'ਚ ਵਸਾਉਣਾ ਹੈ, ਉੱਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਣ ਗਾਇਨ ਕਰਕੇ ਆਪਣੇ ਸਮੇਂ ਸਵਾਸਾਂ ਨੂੰ ਵੀ ਸਫਲ ਕਰਨਾ। ਜਿੰਨਾ ਸਮਾਂ ਗਰੀਬ ਨਿਵਾਸ ਸਤਿਗੁਰੂ ਬਖਸ਼ਣਗੇ ਸਾਰਿਆਂ ਨੇ ਮਨ ਚਿੱਤ ਬਿਰਤੀ ਇਕਾਗਰ ਕਰਕੇ ਬੈਠਣਾ ਹੈ ਤਾਂ ਕਿ ਗੁਰੂ ਉਪਦੇਸ਼ ਸਾਡੇ ਮਨ ਤੱਕ, ਸਾਡੇ ਹਿਰਦੇ ਤੱਕ ਪਹੁੰਚੇ, ਸਾਡੇ ਮਨ 'ਚ, ਸਾਡੇ ਹਿਰਦੇ ਵਿੱਚ ਵਸੇ। ਜਿਸ ਅਨੁਸਾਰ ਫਿਰ ਅਸੀਂ ਆਪਣਾ ਜੀਵਨ ਜੀਵ ਕੇ
ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਚੌਪਈ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਸਤਿਗੁਰੂ ਆਪ ਕਿਰਪਾ ਕਰਕੇ ਕਰਵਾ ਰਹੇ ਨੇ। ਨਿਤਨੇਮ ਦੀ ਬਾਣੀ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਔਰ ਇਹ ਬਾਣੀ ਸਹਾਇਤਾ ਵਾਸਤੇ ਅਰਦਾਸ ਰੂਪ ਦੇ ਵਿੱਚ ਉਚਾਰਨ ਕੀਤੀ ਗਈ ਹੈ। ਆਪਣੇ ਬਚਾਅ ਵਾਸਤੇ ਮਹਾਰਾਜ ਨੇ ਆਪਣੇ ਸਿੱਖ ਸੇਵਕਾਂ ਦੇ ਬਚਾਅ ਵਾਸਤੇ ਔਰ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਨੂੰ ਮਾਰਨ ਦੀ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਤੋਂ ਮੰਗੀ ਹੈ। ਕਲਗੀਧਰ ਪਾਤਸ਼ਾਹ ਨੇ ਆਪ ਅਰਦਾਸ ਕੀਤੀ, ਜਿੱਥੇ ਸਿੱਖੀ ਜਪ ਤਪ ਨਾਲ ਸੰਬੰਧਿਤ ਹੈ, ਸੇਵਾ ਤੇ ਸਿਮਰਨ ਨਾਲ ਸੰਬੰਧਿਤ ਹੈ, ਜਿੱਥੇ ਸਿੱਖੀ ਨੂੰ ਕਿਹਾ ਗਿਆ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰ ਸੰਗਤ ਦਾ, ਸਤ ਸੰਗਤ ਦਾ ਵਿਸ਼ਾ ਵੀ ਸਿੱਖੀ ਨਾਲ ਗਹਿਰਾ ਸੰਬੰਧ ਰੱਖਦਾ ਹੈ। ਉੱਥੇ ਸਿੱਖੀ ਦਾ ਅਰਦਾਸ ਨਾਲ ਵੀ ਬੜਾ ਡੂੰਘਾ ਔਰ ਗਹਿਰਾ ਸੰਬੰਧ ਹੈ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਸਿੱਖ ਧਰਮ ਦੀ ਆਰੰਭਤਾ ਅਰਦਾਸ ਤੋਂ ਹੋਈ ਹੈ। ਸਾਰੀ ਸ੍ਰਿਸ਼ਟੀ ਨੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ। ਪਾਪਾਂ ਦੇ ਵਿੱਚ ਗ੍ਰਸੀ ਹੋਈ ਇਸ ਪ੍ਰਿਥਵੀ ਨੇ ਪਾਪ ਔਰ ਜ਼ੁਲਮ ਦੀ ਦੁਨੀਆ ਵਿੱਚ ਗਰਕ ਹੋ ਚੁੱਕੀ ਇਸ ਮੇਦਨੀ, ਇਸ ਧਰਤੀ ਨੇ, ਇਸ ਮਨੁੱਖਤਾ ਨੇ ਲੁਕਾਈ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ, ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੇ ਸਹਿਜ ਸੁਭਾਏ। ਸੱਚੇ ਵਾਹਿਗੁਰੂ ਨੇ ਕੰਨ ਲਾ ਕੇ ਮਨੁੱਖਤਾ ਦੀ ਅਰਦਾਸ ਸੁਣੀ। ਕੰਨ ਲਾ ਕੇ ਮਤਲਬ ਧਿਆਨ ਨਾਲ ਸੁਣੀ, ਪੂਰਾ ਧਿਆਨ ਦਿੱਤਾ, ਮਨ ਤਨ ਦੇ ਨਾਲ ਬੜੇ ਟਿਕਾਅ ਦੇ ਵਿੱਚ ਇਹ ਸੰਸਾਰ ਕੀ ਕਹਿ ਰਿਹਾ ਉਹਨੂੰ ਸੁਣਿਆ। ਇਸੇ ਕਰਕੇ ਸਾਨੂੰ ਵਾਰ-ਵਾਰ ਕਿਹਾ ਕਿ ਭਾਈ ਜਦੋਂ ਬਾਣੀ ਪੜ੍ਹਨੀ ਆ ਧਿਆਨ ਨਾਲ ਪੜ੍ਹੋ, ਸਿਮਰਨ ਕਰਨਾ ਧਿਆਨ ਨਾਲ ਸਿਮਰਨ ਕਰੋ, ਧਿਆਨ ਲਾਓ। ਸਾਡਾ ਧਿਆਨ ਨਹੀਂ ਲੱਗ ਰਿਹਾ ਕਿਉਂਕਿ ਬਾਣੀ ਗਿਆਨ ਧਿਆਨ ਵਿੱਚ ਆਈ। ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਇਹ ਬਾਣੀ ਗਿਆਨ ਧਿਆਨ ਵਿੱਚੋਂ ਆਈ ਹੈ। ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਜਦੋਂ ਰੱਬ ਨੇ ਧਿਆਨ ਨਾਲ ਸਾਡੀ ਗੱਲ ਸੁਣੀ ਤੇ ਫਿਰ ਇਹ ਰੱਬੀ ਬਾਣੀ ਦੇ ਬੋਲ ਰੱਬ ਦੇ ਬੋਲ ਨੇ, ਸਾਨੂੰ ਇਹ ਬੋਲ ਵੀ ਧਿਆਨ ਨਾਲ ਪੜ੍ਹਨੇ ਤੇ ਸੁਣਨੇ ਪੈਣਗੇ। ਪਰਮਾਤਮਾ ਤੋਂ ਜਦੋਂ ਅਸੀਂ ਇਹ ਉਮੀਦ ਰੱਖਦੇ ਹਾਂ, ਗੁਰੂ ਤੋਂ ਜਦੋਂ ਅਸੀਂ ਇਹ ਉਮੀਦ ਰੱਖਦੇ ਹਾਂ ਵੀ ਸਾਡੀ ਅਰਦਾਸ ਸੁਣੇ ਉਹ, ਕਈ ਵਾਰ ਸਾਨੂੰ ਆਪਣੇ ਆਪ ਤੇ ਸ਼ੱਕ ਹੁੰਦਾ ਵੀ ਸ਼ਾਇਦ ਸਾਡੀ ਨਹੀਂ ਸੁਣਦਾ। ਫਿਰ ਅਸੀਂ ਦੇਖਦੇ ਹਾਂ ਵੀ ਕੋਈ ਗੁਰਮੁਖ ਆਤਮਾ ਮਿਲੇ ਤੇ ਉਹਦੇ ਤੋਂ ਅਰਦਾਸ ਕਰਾਈਏ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਰੱਬ ਕਿਸੇ ਦੀ ਨਾ ਸੁਣੇ, ਸਭ ਦੀ ਸੁਣਦਾ ਹੈ। ਹਾਂ, ਫੈਸਲਾ ਆਪਣੇ ਹਿਸਾਬ ਨਾਲ ਸੁਣਾਉਂਦਾ ਉਹ। ਕਦੇ ਵੀ ਤੁਸੀਂ ਜੱਜ ਨੂੰ ਇਦਾਂ ਨਹੀਂ ਵੇਖਿਆ ਹੋਏਗਾ ਵੀ ਇੱਕ ਧਿਰ ਦੀ ਗੱਲ ਸੁਣੇ ਦੂਜੇ ਦੀ ਸੁਣੇ ਨਾ ਤੇ ਫੈਸਲਾ ਸੁਣਾ ਦੇ। ਦੋਵੇਂ ਧਿਰਾਂ ਨੂੰ ਮੌਕਾ ਦਿੰਦਾ ਹੈ, ਵਾਰ-ਵਾਰ ਸੁਣਦਾ ਹੈ। ਕਈ ਸਾਲ ਲੱਗ ਜਾਂਦੇ ਆ, ਸੁਣੀ ਜਾਂਦਾ ਉਹ।
ਕਈ ਕਈ ਸਾਲਾਂ ਬਾਅਦ ਫੈਸਲਾ ਆਉਂਦਾ ਹੈ। ਸੁਣਨ ਤੋਂ ਬਾਅਦ ਸੁਣ ਕੇ ਫਿਰ ਵਿਚਾਰ ਕਰਦਾ ਹੈ ਕਿ ਇਹ ਕਿੰਨਾ ਸੱਚ ਬੋਲ ਰਿਹਾ, ਕਿੰਨਾ ਝੂਠ ਬੋਲ ਰਿਹਾ, ਕਿੰਨਾ ਕੁ ਦੋਸ਼ ਹੈ, ਕਿੰਨਾ ਕੁ ਨਿਰਦੋਸ਼ ਹੈ, ਇਹਨੇ ਇਹ ਅਪਰਾਧ ਕੀਤਾ ਕਿ ਨਹੀਂ ਕੀਤਾ। ਇਹਦੇ ਤੇ ਚਿੰਤਨ ਮੰਥਨ ਹੁੰਦਾ, ਵਿਚਾਰ ਕਰਦਾ। ਉਹ ਐਵੇਂ ਨਹੀਂ ਕਿ ਸੁਣੀ ਤੇ ਨਾਲ ਹੀ ਨਾਲ ਫੈਸਲਾ ਸੁਣਾ ਦਿੱਤਾ। ਤੇ ਜੱਜ ਨੂੰ ਇੱਕ ਸਾਹਮਣੇ ਹੋਇਆ ਕ੍ਰਾਈਮ, ਅਪਰਾਧ, ਜੁਰਮ, ਜਿਹਦੇ ਸਬੂਤ ਵੀ ਹੁੰਦੇ ਆ, ਗਵਾਹ ਵੀ ਹੁੰਦੇ ਆ, ਉਹਦੇ ਤੇ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ। ਇੱਕ ਇਸੇ ਜਨਮ ਵਿੱਚ ਕੋਈ ਸਾਲ, 2 ਸਾਲ, 4 ਸਾਲ ਪਹਿਲਾਂ ਹੋਈ ਘਟਨਾ, ਉਹਨੂੰ ਸੋਚਣ ਵਿਚਾਰਨ ਤੇ ਇੰਨਾ ਸਮਾਂ ਲਾ ਦਿੰਦਾ ਹੈ। ਰੱਬ ਕੋਲੇ ਤਾਂ ਸਾਡਾ ਕਈ ਜਨਮਾਂ ਦਾ ਰਿਕਾਰਡ ਪਿਆ। ਕਿੰਨੇ ਜਨਮਾਂ ਦਾ ਹਿਸਾਬ ਕਿਤਾਬ ਰੱਬ ਕੋਲੇ ਪਿਆ, ਕਿੱਡੀ ਮੋਟੀ ਫਾਈਲ ਹੋਏਗੀ ਉਹ। ਤੇ ਸਾਨੂੰ ਲੱਗਦਾ ਵੀ ਆਏ ਇੱਕ ਵਾਰੀ ਚ ਅਰਦਾਸ ਹੋਈ ਤੇ ਸਾਰਾ ਕੰਮ ਨੱਕੀ ਹੋ ਜਾਏ। ਹੁੰਦਾ ਇਹ ਨਹੀਂ ਗੱਲ ਕਿ ਇੱਕੇ ਵਾਰੀ ਚ ਜੇ ਅਸੀਂ ਕਰੋੜਾਂ ਜਨਮ ਪਾਪ ਕੀਤੇ ਤੇ ਕਰੋੜਾਂ ਜਨਮ ਹੀ ਸਾਨੂੰ ਬਖਸ਼ਾਉਣ ਵਾਸਤੇ ਲੱਗਣਗੇ, ਐਸਾ ਨਹੀਂ ਹੈ। ਉਹਨਾਂ ਦਾ ਇੱਕ ਨਿਮਖ ਵਿੱਚ ਸਾਰਾ ਹਿਸਾਬ ਧਰਮ ਰਾਏ ਦਰ ਕਾਗਦ ਫਾਰੇ, ਕਾਗਦ ਫਟ ਜਾਂਦੇ ਆ। ਜਨ ਨਾਨਕ ਲੇਖਾ ਸਮਝਾ, ਜਿਹਦਾ ਵਕੀਲ, ਜਿਹਦੇ ਪੱਖ ਵਿੱਚ ਗੁਰੂ ਨਾਨਕ ਸਾਹਿਬ ਖੜ ਜਾਣ, ਜਿਹਦੀ ਵਕਾਲਤ ਗੁਰੂ ਨਾਨਕ ਸਾਹਿਬ ਦੇ ਵਿੱਚ ਖੜ ਜਾਣ, ਜਿਹਦੀ ਵਕਾਲਤ ਕਰਨ ਲਈ ਧਰਮ ਰਾਜ ਨੂੰ ਹੁਕਮ ਹੁੰਦਾ ਵੀ ਇਹ ਸਾਰੇ ਕਾਗਜ਼ ਫਾੜਦੇ, ਹੁਣ ਇਹਦਾ ਲੇਖਾ ਮੈਂ ਆਪ ਹੀ ਦੇਖ ਲਾਂਗਾ। ਗੁਰੂ ਐਡਾ ਸਮਰੱਥ ਹੈ। ਇਦਾਂ ਵੀ ਹੁੰਦਾ, ਪਰ ਉਹਦੇ ਪਿੱਛੇ ਸਮਰਪਣ ਚਾਹੀਦਾ। ਤਨ ਮਨ ਧਨ ਸਭ ਸੌਂਪ ਗੁਰੂ, ਮਨ ਵੇਚੇ ਸਤਿਗੁਰ ਕੇ ਪਾਸ। ਉਹਦੇ ਪਿੱਛੇ ਇਹ ਹੈ, ਹੁਕਮ ਦੇ ਵਿੱਚ ਰਹਿ ਕੇ, ਸਮਰਪਣਤਾ ਵਿੱਚ ਰਹਿ ਕੇ ਸੇਵਾ ਕੀਤੀ ਹੋਵੇ ਤੇ ਸਿਮਰਨ ਕੀਤਾ ਹੋਵੇ, ਸਤਸੰਗ ਕੀਤੀ ਹੋਵੇ, ਬਾਣੀ ਪੜ੍ਹੀ ਹੋਵੇ, ਨਿਤਨੇਮ ਕੀਤਾ ਹੋਵੇ, ਇੱਕ ਹੁਕਮ ਵਿੱਚ ਰਹਿ ਕੇ, ਉਹਦੇ ਕਾਇਦੇ ਕਾਨੂੰਨ ਵਿੱਚ ਰਹਿ ਕੇ, ਇੱਕ ਨਿਯਮ ਦੇ ਵਿੱਚ ਚੱਲ ਕੇ, ਭਾਣੇ ਵਿੱਚ ਚੱਲ ਕੇ। ਕਦੇ ਊਚ ਨੀਚ ਹੋਈ ਜ਼ਿੰਦਗੀ 'ਚ ਰੱਬ ਨੂੰ ਇਹ ਨਹੀਂ ਵੀ ਉਸੇ ਟਾਈਮ ਉਲਾਂਭਾ ਦੇ ਦਿੱਤਾ ਵੀ ਆਹ ਕੀ ਕਰ ਦਿੱਤਾ, ਨਹੀਂ। ਉਹ ਫਿਰ ਭਾਣਾ ਨਹੀਂ, ਉਹ ਹੁਕਮ ਨਹੀਂ, ਉਹ ਹੁਕਮ ਰਜਾਈ ਨਹੀਂ ਹੈ। ਬੜੇ ਸਿਦਕ, ਬੜੇ ਸਬਰ ਦੇ ਨਾਲ ਚੱਲ ਕੇ, ਜਿਹੜੇ ਇਵੇਂ ਚੱਲਦੇ ਆ, ਉਹਨਾਂ ਦਾ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਇੱਕ ਖਿੰਨ ਵਿੱਚ ਹੀ ਸਾਰੇ ਜਨਮਾਂ ਦਾ ਹਿਸਾਬ ਕਿਤਾਬ ਮੁਕਾਉਂਦੇ ਆ। ਔਰ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਨੇ ਜਿਹੜਾ ਸਾਨੂੰ ਸਿਮਰਨ ਦਿੱਤਾ, ਨਾਮ ਦਿੱਤਾ, ਪ੍ਰਮਾਤਮਾ ਦਾ ਨਾਮ, ਇਹਦੀ ਬਰਕਤ ਕੀ ਹੈ? ਭਾਈ ਗੁਰਦਾਸ ਸਾਹਿਬ ਨੇ ਰਾਜੇ ਜਨਕ ਦੀ ਉਦਾਹਰਨ ਦਿੱਤੀ। ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਨੇ। ਚਲੋ ਉੱਥੇ ਜਿਹੜੀ ਹੈ ਭਗਤ ਮਾਲਾ ਵਾਲਿਆਂ ਨੇ ਸਾਖੀ ਲਿਖੀ ਆ ਵੀ ਰਾਜੇ ਜਨਕ ਨੂੰ ਜਦੋਂ ਲੈ ਕੇ ਗਏ ਦਰਗਾਹ ਵੱਲ ਨੂੰ, ਉੱਥੇ ਨਰਕਾਂ ਵਿੱਚ ਦੀ ਲੰਘੇ ਜਾ ਰਹੇ ਆ। 18 ਨਰਕ ਨੇ, ਜਿਵੇਂ ਵੇਦਾਂ ਸ਼ਸਤਰਾਂ ਦੀਆਂ ਇਹ ਕਥਾਵਾਂ ਨੇ, ਸਾਰੇ ਪਾਸਿਓਂ ਹਾਏ ਹਾਏ ਦੀਆਂ ਆਵਾਜ਼ਾਂ ਆ ਰਹੀਆਂ। ਤੇ ਰਾਜੇ ਜਨਕ ਨੇ ਕਿਹਾ ਵੀ ਇਹਨਾਂ ਸਾਰਿਆਂ ਨੂੰ ਛੱਡੋ, ਮੈਂ ਤਾਂ ਜਾਣਾ। ਉਹਨਾਂ ਕਿਹਾ ਜਿਹਦੀ ਕੀਮਤ ਦੋ। ਕਹਿੰਦੇ ਕੀ ਚਾਹੀਦਾ? ਕਹਿੰਦੇ ਇਹਦੇ ਬਦਲੇ ਕਿਸੇ ਨੇ ਸਤਸੰਗ ਕੀਤੀ ਹੋਵੇ, ਸਿਮਰਨ ਕੀਤਾ ਹੋਵੇ, ਦਿਓ। ਤੇ ਉੱਥੇ ਤਰਾਜੂ ਤੱਕੜੀ ਹੁਣ ਕਿੰਨੀ ਵੱਡੀ ਹੋਏਗੀ, ਇਹਦੇ ਬਾਰੇ ਅੰਦਾਜ਼ਾ ਲਾਉਣਾ ਔਖਾ ਹੈ। ਪਰ ਜਿਵੇਂ ਉਹ ਸਾਖੀ ਵਾਲਿਆਂ ਨੇ ਲਿਖਿਆ, ਇੱਕ ਤੱਕੜੀ ਦੇ ਪੱਲੜੇ ਵਿੱਚ ਰਾਜੇ ਜਨਕ ਦਾ ਇੱਕ ਘੜੀ ਜਪਿਆ ਹੋਇਆ ਸਿਮਰਨ ਪਾਇਆ ਗਿਆ। ਇੱਕ ਘੜੀ ਕਿੰਨੀ ਹੈ? 24 ਮਿੰਟ ਦੀ। ਇੱਕ ਘੜੀ ਦਾ ਸਿਮਰਨ ਪਾਇਆ ਗਿਆ। ਇੱਕ ਪੱਲੜੇ ਦੇ ਵਿੱਚ 18 ਨਰਕਾਂ ਦੇ ਸਾਰੇ ਪਾਪੀਆਂ ਦੇ ਪਾਪ ਪਾਏ ਗਏ। ਸਿਮਰਨ ਵਾਲਾ ਪੱਲੜਾ ਭਾਰਾ ਰਿਹਾ, ਸਿਮਰਨ ਵਾਲਾ ਪੱਲੜਾ ਭਾਰਾ ਰਿਹਾ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਸਿਮਰਨ ਦੀ ਬਰਕਤ ਕੀ ਹੈ, ਤਾਕਤ ਕੀ ਹੈ। ਤਾਂ ਹੀ ਮਹਾਰਾਜ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਉੱਚੇ ਉੱਪਰ ਉੱਚਾ ਨਾਮ। ਰੱਬ ਤੋਂ ਵੱਡਾ ਕੀ ਹੈ? ਰੱਬ ਦਾ ਨਾਮ। ਤੇ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਨੇ, ਸਾਰੇ ਪਾਪੀ ਫਿਰ ਬਖਸ਼ਣੇ ਪਏ। ਇਹ ਹੈ ਸਿਮਰਨ ਦੀ ਬਰਕਤ। ਤੋਂ ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਅਰਦਾਸ ਸਾਰੀ ਮਾਨਵਤਾ ਨੇ ਕੀਤੀ, ਰੱਬ ਨੇ ਸੁਣੀ, ਤੇ ਰੱਬ ਕਹਿਣ ਲੱਗਿਆ ਵੀ ਕੋਈ ਗੱਲ ਨਹੀਂ, ਮੈਂ ਵਿਚਾਰ ਕਰਦਾ।
ਰੱਬ ਨੇ ਵਿਚਾਰ ਤੋਂ ਬਾਅਦ ਫੈਸਲਾ ਲਿਆ ਵੀ ਚਲੋ ਇਹ ਮਾਨਵਤਾ ਨੇ ਤਾਂ ਬੋਲ ਕੇ ਅਰਦਾਸ ਕੀਤੀ ਆ, ਮੈਂ ਹਲੇ ਕੋਈ ਬੋਲ ਕੇ ਜਵਾਬ ਨਹੀਂ ਦੇਣਾ, ਮੈਂ ਪ੍ਰੈਕਟੀਕਲ ਵਿੱਚ ਕੁਝ ਕਰਨਾ, ਕਿਉਂਕਿ ਹੋ ਸਕਦਾ ਕਿ ਜੇ ਕੋਈ ਦਲੀਲ ਦਿੱਤੀ ਇਹਨਾਂ ਨੂੰ ਨਾ ਸਮਝ ਆਵੇ, ਕਿਉਂਕਿ ਪਾਪ ਹੀ ਇੰਨਾ ਹੋ ਰਿਹਾ, ਜ਼ੁਲਮ ਇੰਨਾ ਹੋ ਰਿਹਾ, ਅਤਿਆਚਾਰ ਇੰਨਾ, ਰਾਜੇਸ਼ੀ ਮੁਕੱਦਮ ਕੁੱਤੇ ਹੋ ਗਏ। ਤੇ ਮਹਾਰਾਜ ਸਾਹਿਬ ਕਹਿ ਰਹੇ ਆ, ਜੋਗੀ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ। ਹਾਲਾਤ ਤਾਂ ਇਹ ਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੁਲਾਣੇ, ਹਾਲਾਤ ਇਹ ਨੇ ਸੰਸਾਰ ਦੇ। ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ, ਜਗ ਵਿੱਚ ਕੋਆ ਠਾਕੁਰ ਦੁਆਰਾ, ਢਾਏ ਕੇ ਤੈ ਠੌੜੀ ਮਸੀਤ ਉਸਾਰਾ। ਮੰਦਿਰ ਢਾਹ ਕੇ ਮਸੀਤਾਂ ਬਣਾਈਆਂ ਜਾ ਰਹੀਆਂ ਨੇ, ਮੰਦਿਰ ਵੀ ਰੱਬ ਦਾ ਘਰ ਹੈ, ਮਸੀਤ ਵੀ ਰੱਬ ਦਾ ਘਰ ਹੈ, ਲੇਕਿਨ ਵਖਰੇਵੇਂ ਇਵੇਂ ਦੇ ਪੈਦਾ ਹੋ ਗਏ ਸਮਾਜ 'ਚ, ਧਰਮ ਦੇ ਨਾਂ ਤੇ ਲੜਿਆ ਜਾ ਰਿਹਾ, ਲੜਾਇਆ ਜਾ ਰਿਹਾ। ਹੁਣ ਇਹਦੇ ਵਿੱਚ ਦਲੀਲ ਕੀ ਹੈ? ਇਸ ਅਰਦਾਸ ਦਾ ਜਵਾਬ ਕੀ ਹੈ? ਜਵਾਬ ਦੇ ਵਿੱਚ ਰੱਬ, ਹੁਣ ਦੇਖੋ ਜਵਾਬ ਕਿੱਡੇ ਕਮਾਲ ਦਾ। ਮੈਂ ਸਿਰਫ ਬੇਨਤੀ ਇਹ ਕਰ ਰਿਹਾ ਕਿ ਇਹ ਜਿਹੜੀ ਚੌਪਈ ਸਾਹਿਬ ਦੀ ਬਾਣੀ ਆ, ਇਹ ਅਰਦਾਸ ਰੂਪ ਬਾਣੀ ਹੈ। ਜਿੱਥੇ ਸਾਡਾ ਜਪ ਤਪ ਨਾਲ ਸਿੱਖੀ ਦਾ ਸੰਬੰਧ ਹੈ, ਸਤਸੰਗ ਨਾਲ ਸਿੱਖੀ ਦਾ ਸੰਬੰਧ ਹੈ, ਬਾਣੀ ਪੜ੍ਹਨ ਸੁਣਨ ਨਾਲ, ਕਥਾ ਕੀਰਤਨ ਨਾਲ ਸੰਬੰਧ ਹੈ, ਉੱਥੇ ਸਿੱਖੀ ਦਾ ਅਰਦਾਸ ਨਾਲ ਬੜਾ ਗਹਿਰਾ ਸੰਬੰਧ ਹੈ, ਬਲਕਿ ਅੰਗ ਹੈ ਇੱਕ ਸਿੱਖੀ ਦਾ ਅਰਦਾਸ। ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਜਦੋਂ ਬੰਦਾ ਚਾਰ ਛਪੇਰਿਓਂ ਜਵਾਬ ਮਿਲ ਜਾਂਦਾ, ਨਾ ਮਿਲ ਜਾਂਦੀ ਹੈ, ਕਿਸੇ ਪਾਸੇ ਕੁਝ ਦਿਸਦਾ ਹੀ ਨਹੀਂ, ਕਰੀਏ ਕੀ, ਕਿੱਧਰ ਜਾਈਏ, ਉਦੋਂ ਅਰਦਾਸ ਨਿਕਲਦੀ ਹੈ, ਉਦੋਂ ਅਰਦਾਸ ਨਿਕਲਦੀ ਆ। ਉਹ ਅਰਦਾਸ ਫਿਰ ਦਿਲ ਚੋਂ ਨਿਕਲਦੀ ਹੈ, ਅੰਦਰੋਂ ਨਿਕਲਦੀ ਹੈ, ਤੇ ਉਹ ਅਰਦਾਸ ਫਿਰ ਪ੍ਰਮਾਤਮਾ ਦੇ ਘਰ ਪ੍ਰਵਾਨ ਹੁੰਦੀ ਹੈ, ਕਬੂਲ ਹੁੰਦੀ ਹੈ। ਉਹ ਅਰਦਾਸ ਹੁਣ ਸੰਸਾਰ ਨੇ ਪਤਾ ਨਹੀਂ ਕਿੰਨੀ ਕੁ ਵਿਆਕੁਲਤਾ ਚ ਅਰਦਾਸ ਕੀਤੀ ਹੋਏਗੀ, ਰੱਬ ਦੇ ਘਰ ਪਹੁੰਚੀ, ਸੁਣੀ ਗਈ, ਤੇ ਹੁਣ ਰੱਬ ਨੇ ਉਸ ਅਰਦਾਸ ਦੇ ਜਵਾਬ ਵਿੱਚ ਗੁਰੂ ਨਾਨਕ ਸਾਹਿਬ ਨੂੰ ਭੇਜਿਆ। ਗੁਰੂ ਨਾਨਕ ਸਾਹਿਬ ਮਾਨਵਤਾ ਦੀ ਕੀਤੀ ਹੋਈ ਅਰਦਾਸ ਦਾ ਜਵਾਬ ਨੇ। ਸੁਣੀ ਅਰਦਾਸ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਪਠਾਇਆ ਮਤਲਬ ਭੇਜਣਾ। ਰੱਬ ਨੇ, ਦਾਤਾਰ ਵਾਹਿਗੁਰੂ ਨੇ, ਦਾਤੇ ਨੇ ਅਰਦਾਸ ਸੁਣੀ ਤੇ ਅਰਦਾਸ ਦਾ ਜਵਾਬ ਗੁਰੂ ਨਾਨਕ ਸਾਹਿਬ ਨੂੰ ਭੇਜਿਆ। ਫਿਰ ਗੁਰੂ ਨਾਨਕ ਸਾਹਿਬ ਰਾਹੀਂ ਫਿਰ ਆਪਣੇ ਬੋਲ ਭੇਜੇ, ਭਾਈ ਤੁਸੀਂ ਬੋਲ ਬੋਲੇ ਮੈਂ ਸੁਣੇ, ਹੁਣ ਮੇਰੇ ਬੋਲ ਮੈਂ ਭੇਜ ਰਿਹਾ, ਤੁਸੀਂ ਸੁਣੋ। ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਰੇ ਬਚਨ 1430 ਅੰਗ, ਇੱਕ ਇੱਕ ਬਚਨ, ਇੱਕ ਇੱਕ ਅੱਖਰ ਰੱਬ ਦਾ ਬੋਲ ਹੈ। ਤਾਂ ਹੀ ਇਹਨੂੰ ਅਸੀਂ ਧੁਰ ਕੀ ਬਾਣੀ ਕਹਿ ਰਹੇ ਹਾਂ। ਤਾਂ ਹੀ ਇਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਜੈਸੀ ਮੈਂ ਆਵੇ ਖਸਮ ਕੀ ਬਾਣੀ। ਭਾਈ ਇਹ ਮੇਰੀ ਬਾਣੀ ਨਹੀਂ, ਮੇਰੀ ਤਾਂ ਰਸਨਾ ਤੇ ਬੈਠ ਕੇ ਰੱਬ ਬੋਲਿਆ ਹੈ। ਹਾਂ ਆਪੋ ਬੋਲਣਾ ਜਾਣਦਾ, ਮੈਨੂੰ ਤਾਂ ਬੋਲਣਾ ਆਉਂਦਾ ਹੀ ਨਹੀਂ। ਮੈਂ ਕਹਿਆ ਸਭ ਹੁਕਮ ਆਓ ਜੀਓ, ਜੋ ਉਹਦਾ ਹੁਕਮ ਆਇਆ ਮੈਂ ਸੁਣਾ ਦਿੱਤਾ। ਜਿੱਥੇ ਜਿੱਥੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਜਿੱਥੇ ਜਿੱਥੇ ਵੇਲੇ ਦਾ ਸੱਚ ਬੋਲਣ ਦੀ ਲੋੜ ਸੀ, ਜਿੱਥੇ ਜਿੱਥੇ ਰੱਬ ਨੇ ਮੈਨੂੰ ਕਿਹਾ ਇੱਥੇ ਇਸ ਰਾਗ ਵਿੱਚ ਆਹ ਸ਼ਬਦ ਗਾ ਪਗਾ ਦਿੱਤਾ। ਕਿਉਂਕਿ ਇੱਕ ਵਕਤ ਆਉਂਦਾ, ਇੱਕ ਸਮਾਂ ਆਉਂਦਾ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਆ, ਭਾਈ ਮਰਦਾਨਿਆਂ ਰਵਾਬ ਛੇੜ ਕਾਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ। ਭਾਵ ਬਾਣੀ ਆਈ ਹੈ, ਹੁਣ ਬਾਣੀ ਗਾਈਏ। ਸਮਾਂ ਆਉਂਦਾ ਇੱਕ, ਹਰ ਵੇਲੇ ਬਾਣੀ ਨਹੀਂ। ਭਾਈ ਮਰਦਾਨਾ ਜੀ ਨਾਲ ਗੱਲਾਂ ਵੀ ਕਰਦੇ ਹੋਣੇ ਆ ਮਹਾਰਾਜ, ਤੋਂ ਲੰਬੇ ਸਫ਼ਰਾਂ ਤੇ ਤੁਰਨਾ, ਚੁੱਪ ਕਰਕੇ ਸਫ਼ਰ ਕਰਨਾ ਔਖਾ ਹੈ। ਗੱਲਾਂ ਵਾਰਤਾਲਾਪ, ਚਲੋ ਗੱਲਾਂ ਚਾਹੇ ਰੱਬ ਦੀਆਂ ਹੋਣ, ਜਿੱਥੇ ਜਿਸ ਕਿਸੇ ਨੂੰ ਮਿਲ ਕੇ ਆਏ ਹੋਣੇ ਆ ਉਹਦੀਆਂ ਗੱਲਾਂ ਵੀ ਕਿੰਨਾ ਲੰਬਾ ਸਮਾਂ ਚੱਲਦੀਆਂ ਹੋਣੀਆਂ ਕਿ ਮਹਾਰਾਜ ਦੇਖੋ ਫਲਾਨਾ ਕੀ ਕਹਿ ਰਿਹਾ ਸੀ, ਉਹ ਕੀ ਕਹਿ ਰਿਹਾ ਸੀ। ਭਾਈ ਮਰਦਾਨਾ ਕਿੰਨੇ ਸਵਾਲ ਕਰਦਾ ਮਹਾਰਾਜ ਨੂੰ, ਪਰ ਉਹ ਸਾਰੇ ਤਾਂ ਨਹੀਂ ਨਾ ਲਿਖੇ ਗਏ। ਗੁਰੂ ਨਾਨਕ ਸਾਹਿਬ ਆਪਣੀ ਭੈਣ ਬੇਬੇ ਨਾਨਕੀ ਨਾਲ ਵੀ ਤਾਂ ਗੱਲਾਂ ਕਰਦੇ ਹੋਣੇ ਆ ਨਾ, ਭਾਈਆ ਜੈ ਰਾਮ ਜੀ ਨਾਲ ਗੱਲਾਂ ਕਰਦੇ ਹੋਣੇ ਆ, ਨਵਾਬ ਦੌਲਤ ਖਾਨ ਨਾਲ ਗੱਲਾਂ ਕਰਦੇ ਹੋਣੇ ਆ, ਆਪਣੇ ਹੋਰ ਸਿੱਖਾਂ ਸੇਵਕਾਂ ਨਾਲ ਗੱਲਾਂ ਕਰਦੇ ਹੋਣੇ ਆ, ਆਪਣੀ ਮਾਤਾ ਨਾਲ ਕਿੰਨੀ ਵਾਰ ਗੱਲਾਂ ਕੀਤੀਆਂ ਹੋਣੀਆਂ, ਆਪਣੇ ਪਿਤਾ ਨਾਲ ਕਿੰਨੀ ਵਾਰ ਗੱਲਾਂ ਕੀਤੀਆਂ ਹੋਣੀਆਂ, ਪਰ ਉਹ ਨਹੀਂ ਦਰਜ ਬਾਣੀ 'ਚ, ਉਹ ਨਹੀਂ ਦਰਜ। ਕਿਉਂਕਿ ਇੱਕ ਵਕਤ, ਇੱਕ ਵੇਲਾ ਹੈ ਜਦੋਂ ਇਹ ਬਾਣੀ ਆਉਂਦੀ ਹੈ ਤੇ ਉਦੋਂ ਫਿਰ ਇਹ ਰਵਾਬ ਦੀਆਂ ਤਾਰਾਂ ਛਿੜਦੀਆਂ, ਉਸ ਰਾਗ 'ਚ ਉਸ ਵੇਲੇ ਦਾ ਸੱਚ ਬੋਲਿਆ ਜਾਂਦਾ ਹੈ। ਉਹਨੂੰ ਸਤਿਗੁਰੂ ਫਿਰ ਰਾਗ ਦੇ ਵਿੱਚ ਰੱਖ ਕੇ ਗਾਉਂਦੇ ਆ ਤੇ ਨਾਲ ਫਿਰ ਲਿਖਦੇ ਆ। ਖੈਰ, ਚੌਪਈ ਸਾਹਿਬ ਦੀ ਬਾਣੀ ਅਰਦਾਸ ਰੂਪ ਬਾਣੀ ਹੈ, ਕਿਉਂਕਿ ਸਿੱਖੀ ਦਾ ਸੰਬੰਧ ਅਰਦਾਸ ਨਾਲ ਬੜਾ ਗਹਿਰਾ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਵੇਰੇ ਅੰਮ੍ਰਿਤ ਵੇਲੇ ਸੱਚਖੰਡ ਵਿੱਚੋਂ ਸਰੂਪ ਲੈ ਕੇ ਆਉਣਾ, ਉੱਥੇ ਵੀ ਪਹਿਲਾਂ ਅਰਦਾਸ ਹੁੰਦੀ ਹੈ। ਫਿਰ ਜਦੋਂ ਮਹਾਰਾਜ ਤਖਤਾਂ ਤੇ ਆਏ ਫਿਰ ਅਰਦਾਸ ਹੁੰਦੀ ਹੈ। ਰਸਤੇ ਵਿੱਚ ਵਾਧ ਘਾਟ ਭੁੱਲ ਚੋਂ ਕੋਈ ਮਾਫੀ ਦਿਓ। ਫਿਰ ਪ੍ਰਕਾਸ਼ ਹੁੰਦਾ, ਫਿਰ ਨਿਤਨੇਮ ਹੁੰਦਾ, ਫਿਰ ਨਿਤਨੇਮ ਦੀ ਅਰਦਾਸ ਹੁੰਦੀ ਹੈ, ਫਿਰ ਦੀਵਾਨ ਸਜਦਾ, ਫਿਰ ਦੀਵਾਨ ਦੀ ਅਰਦਾਸ ਹੁੰਦੀ ਹੈ। ਤੇ ਫਿਰ ਇਹ ਅਰਦਾਸ ਦਾ ਸਿਲਸਿਲਾ ਸਾਰਾ ਦਿਨ ਦੇਰ ਰਾਤ ਤੱਕ ਚੱਲਦਾ ਹੈ।
क्योंकि हर एक दी भावना मैं गुरु कोल चलिया, मैं अरदास करनी ते कराउणी है। क्योंकि अरदास साडा सीधा संबंध गुरु नाल जोड़दी है, अरदास साडा सीधा संबंध परमात्मा नाल जोड़दी है। और ये चौपई साहब की बाणी अरदास रूप विच है। अरदास का मतलब हुंदा जिहड़ा काम मनुख आप ना कर सके, असमर्थ हो जाए, ਉਹਦੇ ਸਾਰੇ बल ਜਿਹੜੇ ਆ निज बल, होर जिन्ने बल ਉਹਨੇ पैदा ਕੀਤੇ ਨੇ, ਭਾਵੇਂ समाजिक है, राजनीतिक है, पैसे का बल है, मित्र दोस्त भैन भरा, जिन्ने भी बल ਉਹਦੀਆਂ ਬਾਹਾਂ ਦਾ बल, ਜਦੋਂ ਇਹ ਸਾਰੇ बल ਟੁੱਟਦੇ ਆ, ਇਹ ਸਾਰਾ बल ਉਹ ਹਾਰਦਾ ਹੈ, फिर ਉੱਥੇ ਉਹ ਸਹਾਇਤਾ ਮੰਗਦਾ है। फिर ਉਹ ਸਹਾਇਤਾ ਮੰਗਦਾ ਤੇ ਸਹਾਇਤਾ ਆਪ ਤੋਂ ਵੱਡੇ ਤੋਂ ਮੰਗੀ ਜਾਂਦੀ ਹੈ, ਸਮਰੱਥ ਤੋਂ ਮੰਗੀ ਜਾਂਦੀ ਹੈ, ਦਾਤੇ ਤੋਂ ਮੰਗੀ ਜਾਂਦੀ ਹੈ, ਜਿਹੜਾ ਸਰਬ ਕਲਾ ਸਮਰੱਥ ਹੋਵੇ। फिर बंदा हार के, जिन्हों मारे कहते हार परो स्वामी के द्वारे, जो हार के आउंदा है ना, उदों फिर इहदे अंदरों अरदास निकलदी है। ते अरदास उदों मंगदा जदों किसी चीज का इहदे मन च डर पैदा हुंदा है। डर बड़ी वड्डी कमजोरी है बंदे दी। बड़े वड्डे वड्डे बंदियां नूं इह डर जिहड़ा है अपने अकीदे तो हिला दिंदा है, अपने मकसद तो दूर कर दिंदा डर, किसी भी गल का होवे। पर जिहड़े डर का अज महाराज ने जिक्र किया है, वह है मौत का डर, वह है काल का डर, वह है नाशवंतता का डर। गुरु गोबिंद सिंह साहब पातशाह नूं तो चलो कोई डर नहीं है, पर पूरी मनुखता नूं तां है ना। अज किहड़ा बंदा जिहड़ा मौत तो नहीं डरदा? एक्सीडेंट का इस करके डर है भी इहदे नाल मौत ना हो जाए, नहीं जे ये गल होवे भी मर नहीं सकते फिर क्यों डरे? भुख तो भी इसे करके डरदा भी भुखा रह रहा कि किते मरी ना जावां। बीमारी का भी इसे करके डर है कोई बीमारी मार ही ना दवे, उहदे पिछे डर मौत का खड़ा है। ते अज महाराज साहब ने मौत का जिक्र किया, जिहड़ा डर है मन विच मौत का। ते मैं भी कहां कि डर तो बिना भगती भी नहीं, डर तो बिना अरदास भी नहीं हुंदी, डर तो बिना भगती भी नहीं हुंदी। एक महात्मा कोले कोई गया सी, कहना जी तुसीं कहंदे हो रब दा नाम जपो, जपण दा तरीका तो दसो, ध्यान ही नहीं लग रहा। बड़ी कोशिश करी दी है, कदे नींद आउंदी है, कदे आलस, कदे मन तो टिकदा ही नहीं ना, इधर उधर दौड़ी जाता है मन, फिर अक जाता है, अक के मैं उठ कटदा, ध्यान नहीं लगता। कोई जुगती दसो। महात्मा बड़े पहुंचे हुए सी, रब नाल मिले, वो कहंदे एक हफ्ते बाद तेरी मौत है, तू मर जाना है, बस इन्ना की समा तेरे कोले बचिया। तो हुण मैं तो ही कहांगा दुनिया के काम धंधियां नूं छड्ड, एक हफ्ता बचिया, तू नाम जप लै, तू रब नूं याद कर लै भी जिहड़े हुण तक पाप माड़े चंगे जो भी होया वो बख्शण दा बख्शाउण दा वेला है, ते एक हफ्ते बाद तो तेरी मौत है, फिर कुछ बनना ही नहीं। हुण अचानक किसी बंदे नूं सामने वाला इदां कह दे भी तू मर ही जाना एक हफ्ते बाद, वैसे मौत तो रब ने यह दसिया ही नहीं ना किसी नूं किने कदों कित्थे किवें जाना है। ये तो उन्हें अपने हाथ च रखिया, और ओला कह लो, पढ़दा कह लो, जां मजाक कह लो, कुछ करो, ये परमात्मा ने बड़ी एक अजीब बुझारत पाई है। बंदा बड़ा सियाणा हो जाता है, बड़ा कुछ खट कमा लैंदा, दुनिया के सैर सपाटे कर लैंदा है, पर घरों रात नूं सारे प्रोग्राम इवें बना के सौंदा भी सवेरे आ करना, महीने सालां बद्धी प्रोग्राम बन जाते हैं, पर उन्होंने ये नहीं पता हुंदा भी सवेरे उठना जां नहीं उठना। हस तो जाए सो रोवत आवे, घरों तो हसदा खेडदा जाता है, पर शाम नूं कई बार डेड बॉडियां आउंदियां ने। इहदे बारे किसी नूं कोई पता नहीं है, क्या जाना कि मरेंगे। तो जदों वो महात्मा ने कहा भाई तू एक हफ्ते बाद मरना, हुण घरे गया, घर वाले चाह पुछदे, कहंदा मैं नहीं पीनी, रोटी पुछदे कहंदा मैं नहीं खानी, काम तो मैनूं हुण बुलाओ ना, ना कुछ माला चक लई। ज्यों माला तेज चल रही है, ते हुण दो जिवें जिवें दिन घटते जा रहे, दो माला फड़ लईआं, 24 घंटे बैठा, कोई दुनिया की गल सुझ ही नहीं रही। परिवार वाले नेड़े आउंदे मगर पैंदा भी हुण ना बुलाओ, बस समा थोड़ा है, जिन्ना क बचिया मैनूं ये सफल कर लैण दो। डर है पिछे मौत का, डर बिना भगती नहीं। मौत के डर ने इहो जी भगती नाल जोड़िया। हुण हफ्ता पूरा होया, रात के 12 वजण नूं आए, ते जिवें जिवें घड़ी वेख रहा भी 11 वज के 50 मिनट हो गए, 55 हो गए, 59, ते जदों लग्या भी हुण 12 वज के लो जी आखिरी साह होएगा, पर 12 वज के 1 मिनट भी हो गया,
12:05 हो गए, 10 हो गए, 15, 20, 1, अगला दिन चढ़ गया। बड़े गुस्से च गया महात्मा को, कहना चंगा मजाक किया तुसी। एक हफ्ता हो गया मैं चज नाल रोटी नहीं खाधी, किसी को मिलिया नहीं, गिलिया नहीं, आया नहीं, गया नहीं, मैं तो माला ही नहीं छड्डी ना 24 घंटे। तुसी इहो जिहा डर पा दिता। कहते तू, तेरे सवाल का जवाब दिता, तू क्या ध्यान नहीं लगता किवें लावां, नाम किवें जपां, बड़ी कोशिश करना, तुसी किवें जप लैंदे हो, तुसी किवें सारी सारी उम्र नाम जपण ते ला दित्ती। कहंदे तैनूं एक हफ्ता मौत नजर आई ते तू रब नूं एक मिंट लई नहीं विसारिया। सानूं हर वेले मौत सामने दिसदी है। ਅਸੀਂ मौत नूं गल च गोदड़ी बना के पाया होया है। शिव भगवान महाराज दे गल च सप सी ना जिहड़ा, जां मुर्दियां दे सिर पाए हुए सी, वो मौत ही तो याद करा रहे सी। सप भी एक जहर का भरिया, क्योंकि सप तो इसे करके डरदे ना भी जहर ਉਹਦੇ ਕੋਲ मार देगा जो डंग मारिया। ते ਉਹ दस सुनेहा दिता, भाई काल सप बन के तेरे सिर ते बैठा है, पता नहीं इन्हें किहड़े वेले डंग मार देना। जिन्हों बाणी कह रही है चिंते बाज पे, पता नहीं चिंचे ते कदों बाज पैने हैं। ते मुर्दियां दे जिहड़े उन्हां दे सिर खोपड़ियां गल च पाईयां कि हर वेले मैनूं मौत याद रवे। शरीर ते सवाह मली हुंदी सी। शिव भगवान दे ओहदा भी मैसेज सुनेहा आई सी भी अंत वेले तां शरीर ने सवाह ही बनना ना, अंत वेले तां राख ही बनना है। उन्होंने ये प्रैक्टिकल विच संसार नूं इदां दे सुनेहे दिते, व्याख्या बोल के नहीं कीती, बाहर ਉਹਦੇ चिन्ह दिते मौत दे। ते सरकारी इदारियां विच भी तुसीं लिखिया पढ़दे हो, ईश्वर ते मौत नूं हमेशा याद रखो। जिन्हों मौत याद है उन्होंने रब भी याद है, जिन्हों रब याद है उन्होंने मौत भी याद है। ते जिहदे मन च कोई डर होवे, जे मौत का डर तो सारी दुनिया नूं ही है ना, जिहड़े मर्जी धर्म च पैदा होया होवे, ईवन के जानवरां नूं भी डर है। असीं सप तो डरदे आ, सप सानूं वेख के भजदा है। ते होर बड़े जानवर है वो भी डरदे आ मौत तो। हर एक नूं डर है। रब ने यह सिस्टम इवें दा बनाया, पर महाराज कहते डर तो बिना भगती नहीं। कलगीधर पातशाह ने अज इस मौत के डर का जिक्र किया कि यह कलगीधर पातशाह नूं डर नहीं है, यह मनुखता नूं डर है, यह समाज नूं डर है, यह संसार नूं डर है। हुण यह चौपाई साहब की बाणी कोई भी किसी धर्म का पढ़े, उहदे मन चों यह मौत का डर निकलेगा। कोई ये ना सोचे भी ये मौत ही नहीं आएगी। मौत ने तो आना, अटल सच्चाई है। अगे वचन आएगा, ब्रह्मा जी का भी जिक्र होना, शिव भगवान का भी जिक्र होना, विष्णु भगवान का जिक्र होना, सारियां का जिक्र होना है कि शरीर करके किसी वेले आए तो चले गए। क्योंकि साढ़े 10 गुरु साहबान आए, शरीर करके चले गए। 15 भगत आए, शरीर करके तो चले गए। मौत है, समय काल के अधीन है। सिर्फ एको एक परमात्मा है जिहड़े ते काल ते समय का जोर नहीं, जिन्हों असीं अकाल पुरख कहने हैं। बाकी सब कुछ समा पैदा करता तो समा उन्होंने नाश करता है। तो महाराज साहब कह रहे भाई वो मरण मौत का डर है जिहड़ा सारा संसार इहदे तो भय भीत है। तो इहो जे डर विच एक अरदास निकल रही है जिथों शुरू हुई, हमरी करो हाथ दे रचा। तो हुण सतगुरु कह रहे आप हाथ दे मुझे अवरी है। परमात्मा तेरे हाथ बड़े शक्तिशाली है, अपना हाथ दे के उभरी है, मैनू बचाओ, मैनू तारो, मैनू तो मेरे सिखा भी तारो। सेवक सिख हमारे तारिया, उन्होंने भी तारो। तो जब बंदा किसी खाई विच, किसी टोए विच, किसी खूह च डिग्या हुंदा, उदों ये अरदास निकलदी आ भी मैनू कोई समर्थ आवे, हाथ फड़ावे तो मैं उहदा हाथ फड़ के बाहर निकला। संसार अज किसी ना किसी खूह विच डिग्या होया, किसी ना किसी खाई विच डिग्या होया, पर कईयां नूं पता ही नहीं असीं खूह च डिग्गिया। खूह च डिग के भी जिवें भगत रविदास जी कह रहे हैं ना, जल के मज्जन जे का तो नित नित मेड़, कूप भरियो जैसे दादरा, कछ देश विदेश ना बूझ। जिवें एक खूह का डड्डू है, जे उन्होंने पूछो बाहर दुनिया का झूठ बोल रहे हो, खूह तो बाहर तो है ही कुछ नहीं, खूह ही है सारा कुछ। मेरा जन्म इत्थे होया, मेरे वड्डे वडेरियां दा इत्थे जन्म होया, मेरे नानके दादके सब कुछ खूह च है। ते खूह विच ही मेरा जन्म, ते खूह विच ही मैं मर जाना। तुसीं झूठ ना बोलो भी ये खूह तो बाहर भी कोई दुनिया। चलो चंगा हुंदा जो कहना भी जे है तो मैनू बाहर कढ के दिखा दिओ, पर वो मनण नूं तैयार ही नहीं। वो कहता नहीं यही है सब कुछ। अज बड़े लोग ने जिहड़े जिन्हां ने इस खूह नाल ही समझौता कर लिया। संसार खूह है, इस संसार खूह विच विकारां दे खूह ने, मोह माया ममता के खूह ने, लोक लज्जा के खूह ने, पता नहीं किन्ने तरह के खूह खाइया।
छोटे छोटे खाते ने जिन्हां विच बंदा सुरत करके डिग्या होया वार वार डिगदा ते उन्हां नाल समझौता कर लिया ते इसे करके इहनूं संसार चंगा लग रिहा। जिन्हां नूं समझ आ गई भी ये खूह है, ये मैं डिग्या होया तो मैं ये बाहर निकलना है, वो फिर भगत रविदास जी कहते अरदास करता है, खूह भरियो जैसे दादरा कछ देश विदेश ना बूझ, ऐसे मेरा मन दिखिया बमोहिया कछ आरा पार ना सूझ। आरा पार लोक परलोक अपने ते बाहरले दे किसी की कोई सूझ नहीं है। तो उत्थे फिर अरदास निकलती है, जो समझ आ गई कि मैं डिग्या होया आप हाथ है मुझे वरी है, और उत्थे अरदास निकलती है, सगल भवन के नायका एक छिन दर्श दिखाए जी। ते रब हुण जे कहे कि भाई खूह च डिग्या हुण मैं किवें कड्डां, पर भगत जन जिहड़े आ इन्हां कोल इदां दी वकालत है, कई जगह रब नूं चुप करा लैंदे आ। इवें दी वकालत कर जांदे आ कि परमात्मा फिर हसदा भी है कि मैं चंगा मनुख बनाया भी, एडी बिरती तेज तरार है, ते भगत जन तां फिर इस तरीके नाल रब नूं वलदे आ, उहनूं जवाब नहीं आउंदा। ते रब कहना भी ये संसार एक भवन है, चल मैं तेनों इहदे च रखिया रह, ते मैं हुण किवें कड्डां। ते फिर भगत कहते हैं सगल भवन के नायका, तुसी सारे भवनां दे मालक हो, आ भवन भी तुहाडा है ते जिथे तुसी रहंदे हो वो भवन भी तुहाडा, तुसी 14 भवनां दे मालक, अगे बचन आउणगे, तुसी 14 भवनां दे मालक हो, बस मैनूं कढ लो, तुसी कढ सकदे हो। सगल भवन के नायका एक छिन दर्श दिखाए जी, किरपा करो मैनूं इस मोह माया विकारां संसार सागर लोक लज्जा हंकार ये सारे खूहां विचों कढ के मैनूं दर्शन दीदार बख्शो। मैं उस भवन च रहना चाहुंदा जिथे बेगमपुरा शहर को नाओ, दुख अंदो नहीं तै ठाओ, ना तसवीस खराज ना माल खौफ ना खता ना तरस जवाल। मैनूं उस भवन विच रखो जिथे तुसी किरपा वरता रहे हो, जिथे कोई सोग नहीं, कोई डर नहीं है, खौफ ना खता, जिथे कोई डर नहीं है। इस खूह विच तां डर बहुत लग रहा है, इस भवन च डर बहुत लग रहा है, उस भवन में जगह दे जिथे डर कोई नहीं है। वैसे जे कोई खूह च डिगे, जिहड़ा मर्जी खूह होवे, पर जो अरदास गुरु कोल समर्थ गुरु कोल कर ले, ते खूह विच डिग्या बंदा ही अरदास करदा है, ते बाहर कड्ढण वाला समर्थ होवे, जिहड़े मर्जी खूह च डिग्या होवे वो कढ लैंदा। एक निक्की जी गाथा तुसीं बड़ी यार सुनी है, चलो गल ते गल आ गई, सच पुराना ना थिया नाम ना मैला होए। ते जिहड़ियां इतिहासक वारतावां गथावां साखियां ने, ये भावें रोज रोज भी इन्हां दे जिक्र चलदे रहण, कदे पुराणियां नहीं हुंदियां। ये किसी कोई कलाकार दे गीत नहीं कि 5-7 वारी सुने तो पुराने लगन लग पैण ते मन रज जाएगा, मन अक जाएगा। एक कोई 14-15 साल पहले एक गुरमुख के दर्शन हुए, कनेडा चो सी वो, बड़ी परमात्मा की बख्शिश, चेहरे का नूर दस रहा सी भी अंदर अठे पैर सिमरन चलता है, ट्रकों का कारोबार बहुत बड़ा। वो कहते जी मेरे ख्याल जे मैं नाम भुलदा वां तो 20-22 साल हो गए कि मैं जो गड्डी च बैठना सवेरे, एक बार मैं छोटे साहबजादियां दी कैसेट इतिहास जरूर सुनना। 20-22 साल तो यह नेम चल रहा। एक बाकी गल्लां टैलीफोन दूजा तीजा ऑफिस सारे काम बाद विच, पर गड्डी च बैठन लग्या पहला एक बार चलो ना किसी ढाडी जथे का नाम लिया कि मैं उन्होंने कैसेट हर रोज छोटे साहबजादियां का इतिहास सुनना है, तो 1 घंटा जिवें जिवें दास्तान चलती है अखां चों हंझू नहीं सुकते, कारोबार का कोई अंत नहीं। कहना सच पुराना ना थी है, नाम ना मैला होए। पुराना होने वाला इत्थे कुछ नहीं, मैला होने वाला इत्थे कुछ नहीं। इतना साहिब मेरा नीत नवा सदा सदा दा तार, हर रोज एक हुक्मनामा साहब किन्ने किन्ने वार आया होगा, सैकड़े वार हजारों वार आया होगा। कदे मन अक्या, कदे मन रजिया भी रोज ही हुक्मनामा। तो सतगुरु की मौज है ना भी हुण उस हुक्मनामे मुताबिक जिउण किन्ना क लग पे, गल तां इह है। उस हुक्मनामे मुताबिक जीवन किन्ना क बन गया, गल तां इह है। जपजी साहब भी असीं सालां बद्धी पढ़दे आ रहे हैं, कदे मन नहीं अकदा, क्योंकि साहिब मेरा नीत नवा। ये जुगो जुग अटल है भाई बाणी, जुगो जुग अटल है गुरु का उपदेश, जुगो जुग अटल है गुरु दीआं कथावां। ये तो मन नहीं अकदा। खैर गुरु खूह विचों कढदा है। एक हुशियारपुर के लागे कंग माई पिंड है, इत्थे एक भाई तीरथ है जिन्होंने भाई मंझ कहा जाता, 84 पिंडों का चौधरी है, सखी सरवर लाला वाले का पुजारी है, घर च कबरां बड़ियां, लोगों के आले दुआले बड़ी मान प्रतिष्ठा है।
ਲੋਕ ਬੜਾ ਸਤਿਕਾਰ ਪਿਆਰ ਦਿੰਦੇ ਆ, ਕਹਿਣੇ ਵਿੱਚ ਚੱਲਦੇ ਆ, ਲੋਕਾਂ ਦੇ ਫੈਸਲੇ ਕਰਾਉਂਦਾ ਹੈ, ਪਰ ਕਿਤੇ ਨਾ ਕਿਤੇ ਗਾਹੇ ਵਗਾਹੇ ਕੰਨਾਂ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਦੀਆਂ ਗੱਲਾਂ ਵੀ ਪੈਂਦੀਆਂ ਨੇ, ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਵੀ ਪੈਂਦੀਆਂ, ਗੁਰੂ ਅਰਜਨ ਸਾਹਿਬ ਦੇ ਬਚਨ ਵੀ ਕਿਤੇ ਨਾ ਕਿਤੇ ਕੰਨਾਂ। ਆਪ ਹੱਥ ਦਾ ਮੁਝੇ ਅਵਰਿਆ, ਸਤਿਗੁਰੂ ਮੈਂ ਖੂਹ ਚ ਡਿੱਗਿਆ, ਹੱਥ ਦੇ ਕੇ ਕੱਢੋ, ਇੱਥੇ ਗੱਲ ਚੱਲ ਰਹੀ ਹੈ। ਤਾਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਵੀ ਕਿਤੇ ਨਾ ਕਿਤੇ ਕੰਨਾਂ 'ਚ, ਬਾਣੀ ਦੇ ਬੋਲ ਗਾਏ ਬਗਾਏ ਕਿਸੇ ਨਾ ਕਿਸੇ ਸਿੱਖ ਤੋਂ ਪੜ੍ਹਨ ਸੁਣਨ ਨੂੰ ਮਿਲਦੇ ਆ। ਮਨ 'ਚ ਇਹ ਹੌਲੀ ਹੌਲੀ ਇੱਕ ਭਾਵਨਾ ਜਨਮ ਲੈ ਰਹੀ ਹੈ ਵੀ ਕਿਤੇ ਸਮਾਂ ਬਣਿਆ, ਆਪਾਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਆ, ਆਪਾਂ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਆ, ਆਪਾਂ ਹਰਿਮੰਦਰ ਸਾਹਿਬ ਇੱਕ ਵਾਰ ਜ਼ਰੂਰ ਜਾ ਕੇ ਆਉਣਾ, ਕਿਉਂਕਿ ਜਿਵੇਂ ਜਿਵੇਂ ਕੰਨਾਂ ਵਿੱਚ ਉਹ ਬੋਲ ਪੈਂਦੇ ਆ, ਮਨ ਵਿੱਚ ਇੱਕ ਤਾਂਘ ਜਨਮ ਲੈ ਰਹੀ ਹੈ ਕਿ ਆਪਾਂ ਜਾਣਾ ਜ਼ਰੂਰ ਹੈ। ਫਿਰ ਵਕਤ ਆਇਆ, ਸਖੀ ਸਰਵਰ ਦੀ ਯਾਤਰਾ ਕਰਕੇ ਨਾਲ ਜਥਾ ਬਹੁਤ ਵੱਡਾ ਵਾਪਸ ਆ ਰਹੇ ਆ। ਵਾਪਸ ਆਉਂਦਿਆਂ ਮਨ 'ਚ ਸਾਰਿਆਂ ਨੂੰ ਕਿਆ ਆਇਆ, ਖਿਆਲ ਆਇਆ, ਨਾਲ ਦਿਆਂ ਨੂੰ ਜਥੇ ਨੂੰ ਕਹਿਣ ਲੱਗਿਆ ਕਿ ਭਾਈ ਇੱਥੇ ਆਪਾਂ ਅੰਮ੍ਰਿਤਸਰ ਆ ਗਏ ਆ, ਇੱਥੇ ਗੁਰੂ ਨਾਨਕ ਸਾਹਿਬ ਦਾ ਦਰ ਘਰ ਹੈ, ਆਪਾਂ ਜਾਂਦੇ ਜਾਂਦੇ ਉੱਥੇ ਦਰਸ਼ਨ ਕਰਕੇ ਜਾਣੇ ਆ, ਮੱਥਾ ਟੇਕ ਕੇ ਜਾਣਾ। ਕੁਛ ਕੁ ਮੰਨੇ, ਕੁਛ ਕੁ ਨਹੀਂ ਮੰਨੇ। ਕੋਈ ਕਹਿੰਦੇ ਨਹੀਂ ਜੀ ਅਸੀਂ ਤਾਂ ਕਦੇ ਹੋਰ ਮੱਥਾ ਹੀ ਨਹੀਂ ਟੇਕਣਾ। ਚਲੋ ਜਿਹੜਾ ਆਪਣੇ ਧਰਮ 'ਚ ਪੱਕਾ ਉਹਨੂੰ ਪੱਕਾ ਹੋਣਾ ਚਾਹੀਦਾ। ਇਹ ਆਪਣੇ ਸਿੱਖ ਹੀ ਨੇ ਜਿਹੜੇ ਜਿੱਥੇ ਜੀ ਕਰਦਾ ਮੱਥਾ ਟੇਕ ਦਿੰਦੇ ਆ। ਬੜੇ ਇਦਾਂ ਦੇ ਤੁਹਾਨੂੰ ਮਿਲਣਗੇ ਜਿਹੜੇ ਆਪਣੇ ਧਰਮ 'ਚ ਪੱਕੇ ਆ, ਰਹਿਣਾ ਚਾਹੀਦਾ। ਉਹਨਾਂ ਨੂੰ ਮਹਾਰਾਜ ਨੇ ਸ਼ਾਬਾਸ਼ ਦਿੱਤੀ, ਉਹਨਾਂ ਨੂੰ ਵਧਾਈ ਦਿੱਤੀ ਹੈ ਕਿ ਭਾਈ ਤੂੰ ਆਪਣੇ ਸਿਧਾਂਤ ਤੇ ਖੜਾ ਹੈ। ਜੋ दर दर पे झुक जाए उसे सर नहीं कहते, जो सर किसी दर पे ना झुके उसे दर नहीं कहते। ਜਿਹੜਾ ਥਾਂ ਥਾਂ ਮੱਥੇ ਟੇਕੇ ਉਹ ਸਿਰ ਦੇ ਵਿੱਚ ਵੀ ਕੀ ਹੋਏਗਾ, ਜਿਹੜਾ ਸਿਰ ਕਿਤੇ ਝੁਕਣ ਨੂੰ ਮਨ ਹੀ ਨਾ ਅੰਦਰੋਂ ਮੰਨੇ ਫਿਰ ਉਹ ਦਰ ਵਿੱਚ ਵੀ ਕੁਝ ਨਹੀਂ ਹੋਏਗਾ। ਚਲੋ ਕੁਛ ਕੁ ਨਾਲ ਆਏ, ਜਿਨ੍ਹਾਂ ਨੇ ਵਾਪਸ ਆਉਣਾ ਸੀ ਵਾਪਸ ਆ ਗਏ। ਉੱਥੇ ਅੰਮ੍ਰਿਤਸਰ ਸਾਹਿਬ ਜਦੋਂ ਉਸ ਚਾਰ ਦੀਵਾਰੀ ਦੇ ਅੰਦਰ ਗਏ, ਕਿਸੇ ਸਿੱਖ ਨੂੰ ਪੁੱਛਿਆ ਮੈਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨੇ ਆ, ਉਹਨਾਂ ਦਾ ਕਿੱਧਰ ਤਖਤ ਲੱਗਿਆ, ਕਿੱਧਰ ਮਹਿਲ, ਕਿੱਥੇ ਮਿਲਣਗੇ। ਇੱਕ ਸਿੱਖ ਨੇ ਇਸ਼ਾਰਾ ਕੀਤਾ, ਕਹਿੰਦੇ ਉਹ ਵੇਖੋ ਜਿਹੜੇ ਸੰਗਤਾਂ ਦੇ ਜੋੜੇ ਝਾੜ ਰਹੇ ਆ, ਸੰਗਤਾਂ ਦੇ ਝੂਠੇ ਭਾਂਡੇ ਸਾਫ਼ ਕਰ ਰਹੇ ਆ, ਉਹ ਗੁਰੂ ਅਰਜਨ ਸਾਹਿਬ ਨੇ ਦਰਸ਼ਨ ਕਰ ਲਓ। ਬੜਾ ਹੈਰਾਨ ਹੋਇਆ, ਮੈਂ ਸੋਚ ਕੇ ਆਇਆ ਵੀ ਇਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਬੜੇ ਵੱਡੇ ਸਿੰਘਾਸਨ ਤੇ ਬੈਠੇ ਹੋਣਗੇ, ਕਾਲੇ ਦੁਆਲੇ ਸੇਵਾਦਾਰ ਉਹ ਹੋਣਗੇ, ਮੈਨੂੰ ਘੰਟਿਆਂ ਵੱਡੀ ਲਾਈਨ 'ਚ ਵੀ ਖੜਨਾ ਪੈ ਸਕਦਾ, ਮੈਨੂੰ ਕਈ ਘੰਟੇ ਇੰਤਜ਼ਾਰ ਕਰਨਾ ਪੈ ਸਕਦਾ, ਐਡੇ ਵੱਡੇ ਗੁਰੂ ਨੂੰ ਮਿਲਣ ਆਇਆ। 100 ਤਰ੍ਹਾਂ ਦੀ ਰੋਕ ਟੋਕ ਹੋਏਗੀ, ਪੁੱਛਣਗੇ ਥਾਂ ਥਾਂ ਤੇ ਪਹਿਰੇਦਾਰ ਭਾਈ ਕੌਣ ਹੈ, ਕਿੱਥੋਂ ਆਇਆ, ਕਿਵੇਂ ਆਇਆ, ਬਹਿ ਜਾ, ਹਲੇ ਦਰਸ਼ਨ ਨਹੀਂ ਹੋਣੇ, ਕੱਲ ਹੋਣਗੇ ਇੰਨੇ ਵਜੇ। ਕਮਾਲ ਹੋ ਗਈ, ਇੱਕ ਕਮਾਲ ਦਾ ਗੁਰੂ ਆਪਣੇ ਸੇਵਕਾਂ ਸਿੱਖਾਂ ਦੇ ਜੋੜੇ ਸਾਫ਼ ਕਰ ਰਿਹਾ, ਆਪਣੇ ਸੇਵਕਾਂ ਦੇ ਝੂਠੇ ਬਰਤਨ ਸਾਫ਼ ਕਰ ਰਿਹਾ, ਆਪਣੇ ਉਸ ਪਾਵਨ ਸਥਾਨ ਤੇ ਕਿਤੇ ਝਾੜੂ ਦੀ ਸੇਵਾ, ਕਿਤੇ ਸਰੋਵਰ ਚੋਂ ਕਾਰ ਸੇਵਾ ਕਰ ਰਿਹਾ। ਮੈਂ ਫਿਰ ਬੇਨਤੀ ਕਰਾਂ, ਗੁਰੂ ਸਾਹਿਬਾਨ ਨੇ ਜੋ ਸਾਨੂੰ ਹੁਕਮ ਦਿੱਤਾ ਉਹ ਪਹਿਲਾਂ ਕਰਕੇ ਦਿਖਾਇਆ ਹੈ। ਪੱਖਾ ਫੇਰੂ ਪਾਣੀ ਢੋਵਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ। ਆਹ ਸੇਵਾ ਸੀ ਉਦੋਂ। ਪੱਖਾ ਆਮ ਅੱਜ ਤੋਂ 15-20 ਸਾਲ ਪਹਿਲਾਂ ਵੀ ਆਪਾਂ ਵੇਖਿਆ ਨਾ, ਵੱਡੇ ਵੱਡੇ ਪੱਖੇ ਸੰਗਤ ਵਿੱਚ ਗੁਰਮੁਖ ਉੱਠ ਉੱਠ ਕੇ ਸੇਵਾ ਕਰਦੇ, ਪਰ ਉਹਨਾਂ ਸਮਿਆਂ 'ਚ ਅੱਜ ਵਰਗੇ ਕੂਲਰ ਏਸੀ ਪੱਖੇ ਨਹੀਂ ਸੀ, ਏਦਾਂ ਸੇਵਾ ਕਰਦੇ। ਨਵਾਬ ਕਪੂਰ ਸਿੰਘ ਵੀ ਪੱਖਾ ਹੀ ਚੱਲ ਰਿਹਾ ਸੀ, ਜਿੱਦੇ ਉਹਨੂੰ ਸੱਦ ਕੇ 5 ਪਿਆਰਿਆਂ ਨੇ ਨਵਾਬੀ ਦਿੱਤੀ, ਪੱਖੇ ਦੀ ਸੇਵਾ ਕਰ ਰਿਹਾ ਸੀ। ਪਾਣੀ ਢੋਵਾਂ, ਦੂਰੋਂ ਦੂਰੋਂ ਪਾਣੀ ਲਿਆ ਕੇ ਸੰਗਤ ਦੇ ਇਸ਼ਨਾਨ ਲਈ, ਲੰਗਰ 'ਚ ਵਰਤਾਉਣ ਲਈ, ਪਾਣੀ ਦੇ ਛਿੜਕਾਅ ਲਈ ਦੂਰੋਂ ਦੂਰੋਂ ਪਾਣੀ ਲੈ ਕੇ ਆਉਣਾ। ਏਦਾਂ ਦੀਆਂ ਸੇਵਾਵਾਂ ਓਏ ਗੁਰੂ ਸਾਹਿਬ ਨੇ ਆਪ ਕੀਤੀਆਂ, ਇਹ ਸੇਵਾਵਾਂ ਆਪ ਕੀਤੀਆਂ। ਜੇ ਸਰੋਵਰ 'ਚ ਸੇਵਾ ਚੱਲਦੀ ਹੈ, ਸਿਰ ਤੇ ਗਾਰ ਦੀਆਂ ਟੋਕਰੀਆਂ ਆਪ ਵੀ ਚੱਕੀਆਂ। ਧੰਨ ਧੰਨ ਬਾਬਾ ਬੁੱਢਾ ਸਾਹਿਬ ਵਰਗਿਆਂ ਨੇ ਆਪ ਸੇਵਾ ਕੀਤੀ ਹੈ। ਇਹ ਕੋਈ ਸਾਡੇ ਲਈ ਇਸੇ ਕਰਕੇ ਤਾਂ ਜੇ ਇਹ ਗੁਰੂ ਸਾਹਿਬਾਂ ਨੇ ਪੂਰਨੇ ਪਾਏ, ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਆਪ ਸੇਵਾ ਕਰਦੇ ਰਹੇ ਆ, ਤੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਮਸਤੂਆਣਾ ਸਾਹਿਬ, ਗੁਰਸਾਗਰ ਮਸਤੂਆਣਾ ਸਾਹਿਬ ਸੰਗਰੂਰ ਕੋਲ, ਉੱਥੇ ਆਪ ਜਾ ਕੇ ਸਰੋਵਰ ਚੋਂ ਗਾਰ ਦੀਆਂ ਟੋਕਰੀਆਂ ਸਿਰ ਤੇ ਚੁੱਕਦਾ ਰਿਹਾ ਮਹਾਰਾਜਾ। ਇਸ ਦਰ ਤੇ ਆ ਕੇ ਵੱਡੇ ਵੱਡੇ ਲੋਕ, ਅੱਜ ਵੀ ਤੁਸੀਂ ਦੇਸ਼ਾਂ ਦੇ ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀਆਂ ਨੂੰ ਵੇਖਦੇ ਹੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਉਹ ਸੇਵਾ ਕਰਦੇ ਆ, ਲੰਗਰਾਂ ਦੇ ਵਿੱਚ ਸੇਵਾ ਕਰਦੇ ਆ, ਕਿਉਂਕਿ ਗੁਰੂ ਸਾਹਿਬ ਨੇ ਪੂਰਨੇ ਪਾਏ ਆ। ਤੇ ਮਹਾਰਾਜ ਬੜਾ ਪ੍ਰਭਾਵਿਤ ਹੋਇਆ ਵੀ ਹੈ ਕੋਈ ਪੀਰ ਐਵੇਂ ਦਾ ਵੀ ਹੋ ਸਕਦਾ, ਕੋਈ ਮੁਰਸ਼ਦ ਐਵੇਂ ਦਾ ਵੀ ਹੋ ਸਕਦਾ ਜਿਹੜਾ ਆਪਣੀ ਉਮਤ, ਆਪਣੇ ਸਿੱਖਾਂ ਪਿਆਰਿਆਂ ਨੂੰ ਇੰਨਾ ਪਿਆਰ ਕਰੇ। ਖੈਰ ਦਰਬਾਰ ਸਜਿਆ, ਸਾਰੀ ਸੰਗਤ ਨੇ ਦਰਸ਼ਨ ਕੀਤੇ, ਇਸ ਭਾਈ ਮੰਝ ਨੇ ਵੀ ਦਰਸ਼ਨ ਕੀਤੇ। ਮਹਾਰਾਜ ਨੇ ਇਹ ਨਾਨਕ ਨਦਰੀ ਨਦਰ ਨਿਹਾਲ ਵਾਲੀ ਕਰਾਮਾਤ ਵਾਪਰ ਗਈ ਤੇ ਇਹ ਤੁਰਨ ਲੱਗਿਆ। ਸਤਿਗੁਰੂ ਕਹਿੰਦੇ ਕੁਛ ਚਾਹੀਦਾ ਤਾਂ ਮੰਗ, ਕੁਛ ਚਾਹੀਦਾ ਤਾਂ ਮੰਗ। ਕਹਿੰਦਾ ਮਹਾਰਾਜ ਸਿੱਖੀ ਬਖਸ਼ ਦਿਓ। ਸਤਿਗੁਰੂ ਕਹਿੰਦੇ ਭਾਈ ਪਹਿਲਾਂ ਅੰਦਰਲੀ ਸਿੱਖੀ ਜਿਹੜੀ ਧਾਰਨ ਕੀਤੀ ਆ ਉਹ ਛੱਡਣੀ ਪਏਗੀ,
फिर मैं सिੱਖੀ दे सकदा। ਜਦੋਂ ਪਹਿਲਾਂ ਹੀ ਭਾਂਡਾ ਭਰ ਕੇ ਲਿਆਇਆ ਤੇ ਮੈਂ ਪਾਵਾਂ ਕੀ ਇਹਦੇ ਵਿੱਚ? ਭਾਂਡਾ ਖਾਲੀ ਕਰ, ਕੀ ਕਰਾਂ? ਕਹਿੰਦੇ ਕਬਰਾਂ ਦਾ ਪੁਜਾਰੀਆਂ, ਸਿੱਖੀ ਕਬਰਾਂ ਨੂੰ ਨਹੀਂ ਮੰਨਦੀ। ਉੱਥੇ ਤਾਂ ਜੀਵਤ ਕੋ ਜੀਵਤ ਮਿਲਿਆ, ਮੂਏ ਕੋ ਮੂਆ। ਕਬਰਾਂ ਵਿੱਚ ਕੌਣ ਨੇ? ਮੁਰਦੇ। ਮੁਰਦਿਆਂ ਨਾਲ ਕੀ ਸੰਬੰਧ ਹੈ? ਇੱਥੇ ਗੱਲ ਅੰਦਰ ਦੀ ਹੋ ਰਹੀ ਹੈ। ਮਹਾਰਾਜ ਕਹਿੰਦੇ ਪਹਿਲਾਂ ਉਹ ਕਿਆ ਘਰ ਦੇ ਵਿੱਚ ਕਬਰਾਂ ਢੱਕ ਕੇ ਆ ਗਿਆ, ਜਿੰਨੀਆਂ ਬਣੀਆਂ ਸਾਰੇ ਬਰਾਦਰੀ ਵਾਲੇ ਵਿਰੋਧ ਵਿੱਚ ਹੋ ਗਏ, ਇਲਾਕਾ ਵਿਰੋਧ ਚ ਹੋ ਗਿਆ ਵੀ ਇਹਨੂੰ ਹੋ ਕੀ ਗਿਆ, ਪੀਰ ਪੁੱਠਾ ਪੈ ਗਿਆ, ਇਹਦੇ ਤਾਂ ਕੋਈ ਭੁੱਲ ਹੋ ਗਈ, ਗਲਤੀ ਹੋ ਗਈ, ਕੋਈ ਸੁੱਖਾਂ ਸੁੱਖ ਰਿਹਾ, ਕੋਈ ਸੁੱਖਾਂ ਸੁੱਖ ਰਿਹਾ। ਪਰ ਉਲਟਾ ਨਹੀਂ ਪਿਆ, ਅੱਜ ਤਾਂ ਸਿੱਧਾ ਹੋ ਗਿਆ, ਕਿਉਂਕਿ ਅੱਜ ਇਹਨੂੰ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਅੱਜ ਤੈਨੂੰ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਅੱਜ ਪੀਰ ਪੁੱਠਾ ਨਹੀਂ ਪਿਆ, ਅੱਜ ਇਹਦੇ ਕਰਮ ਸਿੱਧੇ ਹੋਣ ਲੱਗ ਪਏ। ਐਡੇ ਸਮਰੱਥ ਗੁਰੂ ਨਾਲ ਮਿਲਾਪ ਹੋ ਗਿਆ। ਢਾ ਕੇ ਕਬਰਾਂ ਵਾਪਸ ਗਿਆ। ਮਹਾਰਾਜ ਕਹਿੰਦਾ ਪਾਸ਼ਾ ਢਾਇਆ ਕਬਰਾਂ। ਕਹਿੰਦੇ ਚੱਲ ਘਰੋਂ ਤਾਂ ਢਾ ਦਿੱਤੀਆਂ, ਜਿਹੜੀਆਂ ਅੰਦਰ ਬੜੀਆਂ ਇਹ ਵੀ ਢਾ। ਇਹ ਢਾਉਣ ਨੂੰ ਚੱਲ ਵਕਤ ਲੱਗੇਗਾ, ਸੇਵਾ 'ਚ ਲੱਗ ਜਾ, ਢਹਿ ਜਾਣਗੀਆਂ। ਸੇਵਾ 'ਚ ਲੱਗ, ਜਿਵੇਂ ਜਿਵੇਂ ਸੇਵਾ ਭਾਂਡੇ ਸਾਫ਼ ਕਰੇਗਾ, ਜੋੜੇ ਸਾਫ਼ ਕਰੇਗਾ, ਸਫਾਈ ਦੀ ਸੇਵਾ ਕਰੇਗਾ, ਉਵੇਂ ਉਵੇਂ ਇਹ ਅੰਦਰ ਮੈਲ ਜੋ ਕੁਝ ਵੀ ਅੰਦਰ ਪਿਆ ਨਿਕਲਦਾ ਜਾਏਗਾ। ਫਿਰ ਲੰਗਰ ਵਾਸਤੇ ਸੇਵਾ 'ਚ ਲੱਗ ਗਿਆ। ਸਿੱਖੀ ਦੀ ਕੀਮਤ ਬੜੀ ਕਈ ਵਾਰ ਵੱਡਿਆਂ ਚੁਕਾਉਣੀ ਪੈਂਦੀ ਆ, ਬੜੀ ਮਹਿੰਗੀ ਕੀਮਤ ਤੇ ਸਿੱਖੀ ਮਿਲਦੀ ਆ। ਸ਼ਾਇਦ ਆਪਾਂ ਨੂੰ ਇਸੇ ਕਰਕੇ ਕਦਰ ਨਹੀਂ ਰਹੀ, ਸਾਨੂੰ ਵਿਰਾਸਤ 'ਚ ਜਿਵੇਂ ਚੱਲਦੀ ਆਈ ਉਵੇਂ ਮਿਲ ਗਈ। ਇਸੇ ਕਰਕੇ ਸ਼ਾਇਦ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਆ, ਜਿਨ੍ਹਾਂ ਨੇ ਗੁਰੂ ਤੋਂ ਸਿੱਖਿਆ ਸਿੱਖੀ ਲਈ ਆ, ਉਹਨਾਂ ਨੂੰ ਪੁੱਛੋ ਇਹਦੀ ਕੀਮਤ ਕੀ ਹੈ। ਉਹਨਾਂ ਨੂੰ ਪੁੱਛੋ ਇਹਦੀ ਕੀਮਤ ਕੀ ਹੈ। ਤੇ ਭਾਈ ਮੰਝ ਫਿਰ ਘਰ ਵਿੱਚ ਜਾਂਦਾ ਹੈ। ਇੱਕ ਸਿੱਖ ਕੋਲੇ ਮਹਾਰਾਜ ਹੁਕਮਨਾਮਾ ਭੇਜਦਾ। ਹੁਕਮਨਾਮੇ 'ਚ ਸਿਰਫ ਇੰਨੇ ਲਿਖਿਆ ਸੀ, ਭਾਈ ਮੰਝ ਹੁਕਮਨਾਮਾ ਪੜ੍ਹਦੇ ਸਾਰ ਅੰਮ੍ਰਿਤਸਰ ਆ ਜਾਓ। ਪਰ ਉਹਦੀ ਕੀਮਤ 21 ਰੁਪਈਏ। ਦਰਸ਼ਨੀ ਭੇਟਾ, ਅਰਦਾਸ ਭੇਟਾ ਕਹਿ ਲਓ। ਹੁਣ ਘਰ ਵਿੱਚ ਹਾਲਾਤ ਇੰਨੇ ਮਾੜੇ ਹੋ ਗਏ, ਮਾਲ ਡੰਗਰ ਸਭ ਖਤਮ ਹੋ ਗਿਆ, ਖੇਤੀਬਾੜੀ, ਨੌਕਰ ਚੌਧਰ ਸਭ ਕੁਝ ਖਤਮ। ਈਵਨ ਕਿ ਇਹੋ ਜਿਹੇ ਹਾਲਾਤ ਬਣੇ, ਭਾਈ ਮੰਝ ਦੇ ਜਿੱਥੇ ਇੰਨੇ ਨੌਕਰ ਕੰਮ ਕਰਦੇ ਸੀ, ਅੱਜ ਉਹਦੀ ਘਰ ਵਾਲੀ ਕਿਸੇ ਸ਼ਾਹੂਕਾਰ ਦੇ ਘਰ ਵਿੱਚ ਨੌਕਰੀ ਕਰਦੀ ਹੈ। ਹਾਲਾਤ ਐਵੇਂ ਬਣ ਗਏ। ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ, ਸਿੱਖ ਗਿਆ ਵੀ ਆ ਗੁਰੂ ਸਾਹਿਬ ਦਾ, ਉਹ ਕਹਿੰਦਾ ਜੀ ਲਿਆਓ, ਕਹਿੰਦੇ ਨਹੀਂ, ਦਰਸ਼ਨੀ ਭੇਟਾ 21 ਰੁਪਈਏ ਦੇ। ਰੱਬ ਜਾਣਦਾ ਵੀ ਉਹ 21 ਰੁਪਈਏ ਕਿਵੇਂ ਇਕੱਠੇ ਕੀਤੇ। ਭਾਈ ਮੰਝ ਨੂੰ ਕੋਈ ਖੇਤ 'ਚ ਨਹੀਂ ਸੀ ਵੜਨ ਦਿੰਦਾ। ਜਿਹੜੇ ਰਾਹਾਂ ਤੇ ਘਾਹ ਹੁੰਦਾ ਸੀ ਨਾ, ਉਹ ਘਾਹ ਖੋਤ ਕੇ, ਉਸ ਘਾਹ ਨੂੰ ਵੱਢ ਕੱਟ ਕੇ ਤੇ ਉਹ ਘਾਹ ਮੰਡੀ 'ਚ ਵੇਚ ਕੇ ਜਿਹੜੇ ਟਕੇ 2 ਟਕੇ ਮਿਲਣੇ, ਉਹਦੇ ਨਾਲ ਘਰ ਦਾ ਰਾਸ਼ਨ ਪਾਣੀ ਚੱਲਦਾ ਸੀ। ਇਦਾਂ ਦੇ ਹਾਲਾਤ। ਇੱਕ 84 ਪਿੰਡਾਂ ਦਾ ਚੌਧਰੀ ਹੋਵੇ, ਸਿੱਖੀ ਕਮਾਉਣ ਲੱਗਿਆ, ਹਾਲਾਤ ਕੀ ਬਣ ਗਏ। ਪਰ ਗੁਰੂ ਕਈ ਵਾਰ ਇਮਤਿਹਾਨ ਲੈਂਦਾ ਹੈ, ਕਿਉਂਕਿ ਉਹਨੂੰ ਪਤਾ ਨਾ ਪਾਤਸ਼ਾਹ ਨੂੰ ਅੰਦਰ ਰੋਗ ਕਿੱਡਾ, ਕਬਰ ਇਲਾਜ ਵੀ ਉਹ ਜਿਹਾ ਕਰਨਾ ਪੈਂਦਾ, ਉਹਨੂੰ ਸਮਾਂ ਉਹ ਜਿਹਾ ਲੱਗਦਾ। ਔਰ ਇਦਾਂ ਦਾ ਜਦੋਂ ਕੋਈ ਵਰਤਾਰਾ ਵਰਤਦਾ ਹੈ, ਇਹ ਸਾਖੀ ਸਿੱਖਿਆ ਜਦੋਂ ਬਣਦੀ ਹੈ, ਇਹ ਕਦੇ ਉਸ ਸਮੇਂ ਤੱਕ ਹੀ ਸੀਮਤ ਨਹੀਂ ਹੁੰਦੀ। ਫਿਰ ਉਹ ਸਿੱਖਿਆ ਸਾਖੀ ਜਿਹੜੀ ਆ ਉਹ ਵੀ ਜੁਗੋ ਜੁਗ ਅਟੱਲ ਹੋ ਜਾਂਦੀ ਹੈ। ਹੁਣ ਭਾਈ ਮੰਝ ਦੀ ਬਾਤ ਤਾਂ ਪੈਂਦੀ ਹੋ ਰਹਿਣੀ ਆ ਨਾ। ਭਾਈ ਮੰਝ ਦੀਆਂ ਕਥਾਵਾਂ ਤਾਂ ਇੱਥੇ ਜਿਹੜੀਆਂ ਨੇ ਉਹ ਸਾਂਝੀਆਂ ਹੁੰਦੀਆਂ ਹੀ ਰਹਿਣੀਆਂ ਨੇ, ਕਿਉਂਕਿ ਸਿੱਖੀ ਕਮਾ ਕੇ ਗਿਆ, ਪੂਰਨਾ ਪਾ ਕੇ ਗਿਆ ਕਿ ਭਾਈ ਇਹ ਸਿੱਖੀ ਕਿੱਡੀ ਕੀਮਤੀ ਹੈ, ਕਿੱਡੀ ਮਹਿੰਗੀ ਹੈ। ਤੇ ਸਿੱਖੀ ਦੇ ਬਦਲੇ ਚੌਧਰਾਂ ਸੰਸਾਰ ਦੀਆਂ ਕੁਝ ਵੀ ਅਹਿਮੀਅਤ ਨਹੀਂ ਰੱਖਦੀਆਂ। ਇਹ ਸਿੱਖੀ ਦੇ ਬਦਲੇ ਦੁਨੀਆ ਦੇ ਧਨ ਦੌਲਤ ਪਦਾਰਥ ਕੋਈ ਅਹਿਮੀਅਤ ਨਹੀਂ ਇਹਨਾਂ ਦੀ। ਰਾਜ ਯੋਗ ਪਦਵੀਆਂ ਦਾ ਕੋਈ, ਜੇ ਇੱਕ ਪਾਸੇ ਸਿੱਖੀ ਤੇ ਇੱਕ ਪਾਸੇ ਕੋਈ ਕਵੇ ਰਾਜ ਭਾਗ ਚਾਹੀਦਾ, ਸਿੱਖ ਕਹਿੰਦੇ ਆ ਨਹੀਂ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਤੇਰੇ ਤੋਂ ਬਿਨਾਂ ਰਾਜ ਭਾਗ ਨਹੀਂ। ਹਾਂ ਸਤਿਗੁਰੂ ਤੁਸੀਂ ਨਾਲ ਹੋ, ਤੁਹਾਡਾ ਨਾਮ ਅੱਠੇ ਪੈਰ ਅੰਦਰ ਹੈ, ਫਿਰ ਰਾਜ ਭਾਗ ਵੀ ਲਾ ਲਾਂਗੇ, ਕੋਈ ਗੱਲ ਨਹੀਂ, ਤੁਹਾਡੇ ਤੋਂ ਬਿਨਾਂ ਨਹੀਂ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਤੇਰੇ ਤੋਂ ਬਿਨਾਂ ਤਾਂ ਰਜਾਈਆਂ ਰੋਗ ਨੇ। ਤੁਸੀਂ ਨਾਲ ਹੋ ਤੇ ਮਾਛੀਵਾੜੇ ਦਾ ਜੰਗਲ ਵੀ ਬੜਾ ਸੁੱਖ ਦੇ ਰਿਹਾ। ਭਾਈ ਮੰਝ ਨੇ 21 ਰੁਪਈਏ ਦਿੱਤੇ, ਹੁਕਮਨਾਮਾ ਪੜ੍ਹਿਆ ਤੇ ਭਾਈ ਮੰਝ ਲਿਖਿਆ ਸੀ ਕਿ ਹੁਕਮਨਾਮਾ ਪੜ੍ਹਦੇ ਸਾਰ ਅੰਮ੍ਰਿਤਸਰ ਆ ਜਾਓ। ਅੰਮ੍ਰਿਤਸਰ ਸਾਹਿਬ ਪਹੁੰਚਦਾ, ਪਰਿਵਾਰ ਸਮੇਤ ਪਹੁੰਚਦਾ, ਸੇਵਾ 'ਚ ਲੱਗਦੇ ਆ, ਲੰਗਰ ਵਾਸਤੇ ਲੱਕੜਾਂ ਲਿਆਉਂਦੇ ਆ, ਇੱਕ ਭਾਰ ਜਮਾ ਕਰਦਾ, ਇੱਕ ਭਾਰ ਲੰਗਰ ਵਿੱਚ ਦਿੰਦਾ, 2 ਪੰਡਾਂ ਲੈ ਕੇ ਆਉਂਦਾ। ਪਰ ਇੱਕ ਦਿਨ ਵਕਤ ਆਇਆ, ਮੈਂ ਬੇਨਤੀ ਕਰ ਰਿਹਾ, ਆਪ ਹਾਥ ਦੇ ਮੁਝੇ ਉਬਰੀ ਹੈ, ਖੂਹ 'ਚ ਡਿੱਗੇ ਹੋਇਆ, ਅਰਦਾਸ ਕਰਨੀ ਆ, ਸਤਿਗੁਰੂ ਤੂੰ ਸਮਰੱਥ ਹੈ, ਸਾਡੀ ਬਾਂਹ, ਜਿਹਨੂੰ ਅਸੀਂ ਕਹਿੰਦੇ ਪੱਲੇ ਟੈਂਡੇ ਲੱਗੀ, ਸਾਨੂੰ ਆਪਣੇ ਪੱਲੇ ਨਾਲ ਲਾਓ, ਆਪਣੇ ਪੱਲੇ ਨਾਲ ਸਤਿਗੁਰੂ ਸ਼ਬਦ ਦਾ ਪੱਲਾ ਫੜਾਓ ਤੇ ਅਸੀਂ ਹੱਬੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਟੈਂਡੇ ਲੱਗੀ। ਦੁਨੀਆ ਦੇ ਸਾਗ ਅੰਗ ਸਾਗ ਵੇਖ ਲੈ ਝੂਠੇ ਨੇ, ਪਰ ਤੁਸੀਂ ਸੱਚ ਨਜ਼ਰ ਆਏ ਤੇ ਸੱਚ ਦਾ ਪੱਲਾ ਸਾਨੂੰ ਵੀ ਫੜਾ ਦਿਓ। ਅੱਜ ਭਾਈ ਮੰਝ ਅਰਦਾਸ ਵੀ ਕਰਨੀ ਆ ਤੇ ਅਰਦਾਸ ਕਰਨ ਦੀ ਜਾਚ ਸਿਖਾਉਣੀ ਹੈ, ਕਿਉਂਕਿ ਇਹ ਚੌਪਈ ਸਾਹਿਬ ਦੀ ਬਾਣੀ ਹੈ ਹੀ ਅਰਦਾਸ। ਅਰਦਾਸ ਦਾ ਰੂਪ ਹੈ ਇਹ ਬਾਣੀ।
ਅੱਜ ਰੱਬ ਦਾ ਸਬੱਬ, ਅੱਜ ਇਹਦੀ ਸੇਵਾ ਨੂੰ ਫਲ ਲੱਗਣਾ ਹੈ, ਅੱਜ ਇਹਦੀ ਭਗਤੀ ਪੂਰਨ ਹੋਣ ਲੱਗੀ ਹੈ। ਅੱਜ ਸਤਿਗੁਰੂ ਨੇ ਦੱਸਣਾ ਵੀ ਭਾਈ ਇਹ ਗੁਰੂ ਐਡਾ ਸਮਰੱਥ ਹੈ, ਜਿਹੜੇ ਮਰਜੀ ਖੂਹ 'ਚ ਕੋਈ ਸਿੱਖ ਡਿੱਗ ਪਵੇ ਇਹ ਕੱਢ ਲੈਂਦਾ, ਇਹ ਕੱਢ ਲੈਂਦਾ, ਬੜਾ ਸਮਰੱਥ ਹੈ। ਭਾਈ ਮੰਝ ਅੱਜ ਗਿਆ ਤੇ ਮੌਸਮ ਬੜਾ ਖਰਾਬ ਹੋਇਆ, ਹਨੇਰ ਗੁਬਾਰ, ਮੀਂਹ, ਤੂਫਾਨ, ਭੁਚਾਲ, ਬੜਾ ਕੁਛ ਉੱਥੇ ਚੱਲ ਰਿਹਾ। ਜੰਗਲਾਂ ਵਿੱਚੋਂ ਲੱਕੜਾਂ ਕੱਢ ਕੇ ਵਾਪਸ ਆ ਰਿਹਾ, ਇੰਨੀ ਗਰਦ ਉੱਡ ਰਹੀ ਆ, ਧੂੜ ਉੱਡ ਰਹੀ ਆ, ਸਾਹਮਣੇ ਨਜ਼ਰ ਕੁਛ ਨਹੀਂ ਆ ਰਿਹਾ, ਸਿਰ ਤੇ ਲੱਕੜਾਂ ਚੁੱਕੀਆਂ, ਸੇਵਾ 'ਚ ਵੀ ਵਿਘਨ ਨਹੀਂ ਪੈਣ ਦੇਣਾ ਚਾਹੁੰਦਾ। ਪਰ ਸਿੱਖ ਤਵਾਰੀ ਕਹਿੰਦੀ ਆ ਰਸਤੇ 'ਚ ਇੱਕ ਖੂਹ ਸੀ, ਖੂਹ ਵਿੱਚ ਡਿੱਗ ਪਿਆ, ਇੱਕ ਖੂਹ ਵਿੱਚ ਡਿੱਗਿਆ, ਥੋੜਾ ਬਹੁਤਾ ਉਹ 'ਚ ਪਾਣੀ ਸੀ, ਚਿੱਕੜ ਸੀ। ਮਨ ਚਾਹ ਵੀ ਸਤਿਗੁਰੂ ਮੇਰੀ ਕੋਈ ਗੱਲ ਨਹੀਂ, ਪਰ ਲੱਕੜਾਂ ਨਹੀਂ ਭਿੱਜਣੀਆਂ ਚਾਹੀਦੀਆਂ, ਲੰਗਰ ਦੀ ਸੇਵਾ ਨਹੀਂ ਰੁਕਣੀ ਚਾਹੀਦੀ, ਸੇਵਾ 'ਚ ਵਿਘਨ ਨਹੀਂ ਪੈਣਾ ਚਾਹੀਦਾ, ਕੋਈ ਗੱਲ ਨਹੀਂ। ਹੁਣ ਇੱਥੇ ਇਹੋ ਜਿਹੇ ਹਾਲਾਤਾਂ ਵਿੱਚ ਕੀ ਕਰ ਸਕਦਾ ਜੀ? ਐਡੇ ਮੌਸਮ ਖਰਾਬ, ਚਾਲੇ ਦੁਆਲੇ ਕੌਣ ਹੈ? ਜੇ ਕੋਈ ਹੋਵੇ ਵੀ ਆਵਾਜ਼ ਨਹੀਂ ਸੀ ਸੁਣਨੀ, ਜੇ ਕੋਈ ਸੁਣ ਲੈਂਦਾ ਉਹਨੇ ਆਉਣਾ ਨਹੀਂ ਸੀ। ਐਡੇ ਮੌਸਮ ਖਰਾਬ 'ਚ ਕੌਣ ਨਿਕਲਦਾ? ਪਰ ਹਾਂ, ਇੱਕ ਐਸਾ ਗੁਰੂ ਹੈ ਜਿਹੜਾ ਮਰਜੀ ਜਿਹੋ ਜਿਹਾ ਮਰਜੀ ਮੌਸਮ ਹੋਵੇ, ਜੇ ਮਹਾਰਾਜ ਨੇ ਕਿਹਾ ਨਾ ਝੱਖੜ ਝਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੌਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ। ਜੇ ਝੱਖੜ ਝਾਂਗੀ ਗਲੀਆਂ ਚਿੱਕੜ ਦੂਰ ਕਰ, ਇਦਾਂ ਦੇ ਵਾਤਾਵਰਨ ਵਿੱਚ ਸਿੱਖ ਗੁਰੂ ਨੂੰ ਮਿਲਣ ਜਾਂਦਾ ਤੇ ਫਿਰ ਵਾਤਾਵਰਨ ਮਾਹੌਲ ਜਿੰਨਾ ਮਰਜੀ ਖਰਾਬ ਹੋਵੇ, ਜਿੱਥੇ ਸਿੱਖ ਨੂੰ ਲੋੜ ਪੈ ਗਈ ਗੁਰੂ ਵੀ ਉੱਥੇ ਜਾਂਦਾ। ਇਕੱਲਾ ਸਿੱਖ ਹੀ ਨਹੀਂ, ਦੋ ਤਰਫਾ ਪਿਆਰ ਹੈ ਇੱਥੇ। ਇੱਥੇ ਮੱਛੀ ਤੇ ਪਾਣੀ ਵਾਲਾ ਪਿਆਰ ਨਹੀਂ ਆ ਵੀ ਮੱਛੀ ਪਾਣੀ ਨੂੰ ਪਿਆਰ ਕਰੇ ਤੇ ਪਾਣੀ ਕਰੇ ਹੀ ਨਾ। ਇੱਥੇ ਭੌਰੇ ਤੇ ਕਮਲ ਫੁੱਲ ਵਾਲਾ ਪ੍ਰੇਮ ਨਹੀਂ ਆ ਵੀ ਭੌਰਾ ਕਰੇ ਤੇ ਕਮਲ ਫੁੱਲ ਕਰੇ ਹੀ ਨਾ। ਇੱਥੇ ਦੋ ਤਰਫਾ ਹੈ। ਜੇ ਸਿੱਖ ਇੱਕ ਵਾਰੀ ਪਿਆਰ ਵਿੱਚ, ਵਾਹਿਗੁਰੂ ਕਹਿੰਦਾ, ਭਾਈ ਗੁਰਦਾਸ ਕਹਿੰਦੇ ਰੱਬ 24 ਘੰਟੇ ਉਹਨੂੰ ਯਾਦ ਰੱਖਦਾ, 24 ਘੰਟੇ। ਇੱਕ ਵਾਰੀ ਜੇ ਕੋਈ ਮਨ ਚੋਂ ਕਵੇ, ਇੰਨਾ ਪਿਆਰ ਕੌਣ ਕਰ ਸਕਦਾ? ਫਿਰ ਹੁਣ ਭਾਈ ਮੰਝ ਨੇ ਸੋਚਿਆ ਵੀ ਹੁਣ ਕਿਹਨੂੰ ਪੁਕਾਰਾ? ਇੱਥੇ ਇੱਕੋ ਹੀ ਇੱਕ ਮਨ 'ਚ ਆਸ ਪਿਆਸ ਤੇ ਅਰਦਾਸ ਹੈ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਮੈਂ ਆਪਣੇ ਲਈ ਕੁਛ ਨਹੀਂ ਮੰਗ ਰਿਹਾ, ਪਤਾ ਨਹੀਂ ਅੱਜ ਨਾ ਜਾਣੇ ਕਿਵੇਂ ਇਹ ਹੋ ਗਿਆ ਸਭ ਕੁਛ, ਮੈਂ ਖੂਹ 'ਚ ਡਿੱਗ ਪਿਆ, ਕਿਰਪਾ ਕਰ, ਮੈਨੂੰ ਬਸ ਆਹੀ ਹੈ ਕਿ ਲੰਗਰ ਦੀਆਂ ਇਹ ਲੱਕੜਾਂ ਇਹ ਬਿਨਾਂ ਗਿੱਲੀਆਂ ਹੋਈਆਂ ਲੰਗਰ 'ਚ ਪਹੁੰਚ ਜਾਣ, ਸੇਵਾ 'ਚ ਵਿਘਨ ਨਾ ਪਵੇ, ਮੈਨੂੰ ਆਪਣੀ ਪਰਵਾਹ ਨਹੀਂ, ਬਸ ਆ ਲੰਗਰ ਦੀਆਂ ਲੱਕੜਾਂ ਦੀ ਪਰਵਾਹ ਜੇ ਤੁਸੀਂ ਕਿਰਪਾ ਕਰ ਦਿਓ। ਇਹ ਅਰਦਾਸ ਨਿਕਲੀ, ਆਪ ਹਾਥ ਹੈ ਮੁਜਾਵਰੀ ਹੈ, ਇਹ ਅਰਦਾਸ ਨਿਕਲੀ। ਤੇ ਇਧਰ ਫਿਰ ਕਹਿਣ ਵਾਲੇ ਵੀ ਸਮਰੱਥ ਨੇ ਤੇ ਸੁਣਨ ਵਾਲੇ ਵੀ ਸਮਰੱਥ, ਕਹਿਣ ਵਾਲੇ ਵੀ ਪੂਰੇ ਤੇ ਸੁਣਨ ਵਾਲੇ। ਕਹਿੰਦੇ ਆ ਨਾ, ਬੇਬੇ ਨਾਨਕੀ ਨੂੰ ਗੁਰੂ ਨਾਨਕ ਸਾਹਿਬ ਨੇ ਪੁੱਛਣਾ, ਬੇਬੇ ਮੰਗ ਕੁਛ, ਤੈਨੂੰ ਸਾਰਾ ਸੰਸਾਰ ਮੰਗ ਰਿਹਾ, ਤੂੰ ਵੀ ਕੁਛ ਮੰਗ ਲੈ। ਬੇਬੇ ਨਾਨਕੀ ਦੇ ਘਰ ਔਲਾਦ ਨਹੀਂ ਸੀ ਕੋਈ, ਪਰ ਉਹਨੇ ਇੱਕ ਦਿਨ ਵੀ ਨਹੀਂ ਕਿਹਾ ਵੀਰਾ ਸੰਸਾਰ ਦੇ ਘਰਾਂ 'ਚ ਦਿੱਤੇ ਹੋਏ ਇਹ ਜਿਹੜੇ ਚਿਰਾਗ ਰੋਸ਼ਨ ਜਗ ਰਹੇ ਆ, ਮੇਰੇ ਘਰ ਵਿੱਚ ਵੀ ਕੋਈ ਦੀਵਾ ਜਗਦਾ, ਨਹੀਂ ਕਿਹਾ। ਫਿਰ ਜੇ ਪੁੱਛਿਆ ਵੀ ਦੱਸ ਚਾਹੀਦਾ ਕੁਛ ਤਾਂ ਮੰਗ, ਬੇਬੇ ਨਾਨਕੀ ਨੇ ਕਿਹਾ ਇੱਕੋ ਹੀ ਅਰਦਾਸ ਮੰਗ ਹੈ ਮੇਰੀ, ਜਦੋਂ ਮੈਂ ਯਾਦ ਕਰਾਂ ਬਸ ਆ ਜਾਇਆ ਕਰ, ਜਦੋਂ ਮੈਂ ਯਾਦ ਕਰਾਂ ਆ ਜਾਇਆ ਕਰ। ਤੇ ਕਹਿੰਦੇ ਆ ਕਈ ਵਾਰ ਬੇਬੇ ਨਾਨਕੀ ਦੇ ਚੁੱਲ੍ਹੇ ਤੇ ਪ੍ਰਸ਼ਾਦੇ ਬਣਾਉਂਦੇ ਹੋਣਾ ਤੇ ਮਨ ਚ ਹੋਣਾ ਵੀ ਗਰਮ ਗਰਮ ਪ੍ਰਸ਼ਾਦੇ ਨੇ, ਮੌਸਮ ਬੜਾ ਸੋਹਣਾ, ਦਾਲ ਵੀ ਮੈਂ ਠੰਡੀ ਦੇ ਵਿੱਚ ਬਣਾਈ ਆ, ਜੇ ਮੇਰਾ ਵੀਰ ਆ ਜਾਏ ਪਹਿਲਾਂ ਮੈਂ ਉਹਨੂੰ ਛਕਾ ਦਿਆਂ ਗਰਮ ਗਰਮ। ਬਸ ਆਹ ਫੁਰਨਾ ਜਨਮ ਲੈਣ ਦੀ ਦੇਰ ਹੁੰਦੀ ਸੀ, ਉਸੇ ਵੇਲੇ ਗੁਰੂ ਨਾਨਕ ਸਾਹਿਬ ਨੇ ਆ ਕੇ ਪੀੜੀ ਤੇ ਬਹਿ ਕੇ ਕਹਿਣਾ, ਬੇਬੇ ਪ੍ਰਸ਼ਾਦਾ ਛਕਾ। ਸੁਣਨ ਕਹਿਣ ਵਾਲੇ ਵੀ, ਸੱਦਣ ਵਾਲੇ ਵੀ ਪੂਰੇ ਤੇ ਆਉਣ ਵਾਲੇ ਵੀ ਪੂਰੇ। ਇਹ ਆ ਭਾਈ, ਇਹ ਪੂਰਾ ਗੁਰੂ ਆਪ ਹਾਥ ਲੈ ਮੁਜ਼ਾਵਰੀ ਹੈ। ਤੇ ਭਾਈ ਮੰਝ ਨੇ ਅਰਦਾਸ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪੈਰੀਂ ਜੋੜਾ ਨਹੀਂ ਪਾਇਆ, ਸਿੱਖਾਂ ਨੂੰ ਕਿਹਾ ਲਿਆਓ ਫਟਾਫਟ ਰੱਸਾ, ਮੇਰਾ ਸਿੱਖ ਅੱਜ ਖੂਹ 'ਚ ਡਿੱਗ ਪਿਆ, ਆਪਾਂ ਉਹਨੂੰ ਖੂਹ 'ਚੋਂ ਕੱਢਣਾ। ਬਾਹੋਂ ਦੌੜੀ ਭੱਜੇ ਗਏ, ਜਿੱਥੇ ਅੱਜ ਭਾਈ ਮੰਝ ਸਾਹਿਬ ਦਾ ਗੁਰਦੁਆਰਾ ਸਾਹਿਬ ਤੁਸੀਂ ਦੇਖਦੇ ਹੋ ਨਾ ਅੰਮ੍ਰਿਤਸਰ ਸਾਹਿਬ ਦਾ, ਸਤਿਗੁਰੂ ਨੰਗੇ ਪੈਰੀਂ ਆਏ ਨੇ, ਥੱਲੇ ਰੱਸਾ ਲਮਕਾ ਕੇ ਕਹਿੰਦੇ ਭਾਈ ਮੰਝ ਇਹ ਰੱਸੇ ਨੂੰ ਫੜ ਕੇ ਬਾਹਰ ਆ ਜਾ। ਉਹਨੇ ਕਿਹਾ ਮਹਾਰਾਜ ਮੇਰੀ ਪਰਵਾਹ ਨਹੀਂ, ਪਹਿਲਾਂ ਲੱਕੜਾਂ ਕੱਢੋ। ਲੱਕੜਾਂ ਪਹਿਲਾਂ ਬਾਹਰ ਕੱਢੀਆਂ, ਫਿਰ ਭਾਈ ਮੰਝ ਨੂੰ ਬਾਹਰ ਕੱਢਿਆ ਤੇ ਉਸ ਖੂਹ ਦੇ ਵਿੱਚ ਪਾਣੀ ਗਾਰਾ ਚਿੱਕੜ ਜੋ ਸੀ, ਭਾਈ ਮੰਝ ਗਲ ਤੱਕ ਲਿਬੜਿਆ ਹੋਇਆ ਹੈ। ਗੁਰੂ ਅਰਜਨ ਸਾਹਿਬ ਨੇ ਪਰਵਾਹ ਨਹੀਂ ਕੀਤੀ ਆਪਣੇ, ਜਦੋਂ ਮੱਥਾ ਟੇਕਣ ਲੱਗਿਆ ਨਾ ਭਾਈ ਮੰਝ ਚਰਨਾਂ ਤੇ, ਮਹਾਰਾਜ ਨੇ ਉੱਥੋਂ ਹੀ ਫੜ ਕੇ ਦੋਵੇਂ ਮੋਢਿਆਂ ਤੋਂ ਆਪਣੇ ਗਲ ਨਾਲ ਲਾ ਲਿਆ। ਗੁਰੂ ਨਫ਼ਰਤ ਨਹੀਂ ਕਰਦਾ, ਗੁਰੂ ਨੂੰ ਇਹ ਕਿਸੇ ਨੂੰ ਪਸੀਨੇ ਦੀ ਬੋ ਆਉਂਦੀ ਹੋਏਗੀ ਸਿੱਖਾਂ ਚੋਂ, ਪਰ ਗੁਰੂ ਨੂੰ 10 ਨੌਹਾਂ ਦੀ ਕਿਰਤ ਦੀ ਖੁਸ਼ਬੂ ਆਉਂਦੀ ਹੈ। ਭਾਈ ਮੰਝ ਨੂੰ ਗਲ ਨਾਲ ਲਾਇਆ, ਇੰਨਾ ਪਿਆਰ, ਕਹਿੰਦੇ ਵਾਹ ਵਾਹ ਭਾਈ ਮੰਝ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕੋ ਗੋਇ ਜਗ ਲੰਘਣ ਹਾਰਾ। ਐਡੀਆਂ ਬਖਸ਼ਿਸ਼ਾਂ ਭਾਈ ਮੰਝ ਨੂੰ ਦਿੱਤੀਆਂ। ਤੇ ਨਾਲ ਭਾਈ ਮੰਝ ਨੇ ਕਿਹਾ ਮਹਾਰਾਜ ਕਿੰਨੇ ਕੁ ਖੂਹਾਂ ਚੋਂ ਕੱਢੋਗੇ ਮੈਨੂੰ, ਕਿੰਨੇ ਕੁ ਖੂਹਾਂ ਚੋਂ ਕੱਢੋਗੇ? ਪਹਿਲਾਂ ਮੈਂ
ਕਬਰਾਂ ਵਾਲੇ ਪਾਸੇ ਉਹ ਖੂਹ ਚ ਡਿੱਗਿਆ, ਮਨਮਤ ਦੇ ਰਾਹ ਤੇ ਉਸ ਖੂਹ ਚੋਂ ਕੱਢਿਆ। ਫਿਰ ਮੈਨੂੰ ਇਹ ਸੀ ਮੈਂ 84 ਪਿੰਡਾਂ ਦਾ ਚੌਧਰੀ ਆ, ਚੌਧਰਪੁਣੇ ਦੇ ਖੂਹ ਚੋਂ ਕੱਢਿਆ। ਜਦੋਂ ਮੈਨੂੰ ਕਹਿ ਰਹੇ ਸੀ ਕਿ ਭਾਈ ਤੂੰ ਸਿੱਖੀ ਵਾਲੇ ਰਾਹ ਤੇ ਚੱਲ ਪਿਆ, ਲੋਕ ਕੀ ਕਹਿਣਗੇ, ਲੋਕ ਲੱਜਾ ਦੇ ਖੂਹ ਚੋਂ ਕੱਢਿਆ। ਮੇਰੇ ਮਨ ਚ ਹੰਕਾਰ ਸੀ, ਮੈਂ ਚੌਧਰੀ ਆ, ਹੰਕਾਰ ਦੇ ਖੂਹ ਚੋਂ ਕੱਢਿਆ। ਬੜੇ ਤਰ੍ਹਾਂ ਦੇ ਖੂਹਾਂ ਚ ਮੰਝ ਡਿੱਗਿਆ ਪਿਆ ਸੀ। ਸਤਿਗੁਰੂ ਤੁਸੀਂ ਸਾਰੇ ਖੂਹਾਂ ਚੋਂ ਕੱਢਦੇ ਆਏ, ਅੱਜ ਮੈਂ ਸੱਚਮੁੱਚ ਇਸ ਖੂਹ ਚ ਡਿੱਗਿਆ, ਤੁਸੀਂ ਇੱਥੋਂ ਵੀ ਕੱਢ ਲਿਆ। ਮਹਾਰਾਜ ਹੁਣ ਤਾਂ ਨਹੀਂ ਕਿਸੇ ਖੂਹ ਚ ਡਿੱਗਾਂਗਾ। ਸਤਿਗੁਰੂ ਕਹਿੰਦੇ ਹੁਣ ਤੂੰ ਕਿਸੇ ਖੂਹ ਚ ਨਹੀਂ ਡਿੱਗੇਗਾ, ਬਲਕਿ ਮੈਂ ਤੈਨੂੰ ਇੰਨੇ ਜੋਗਾ ਕਰ ਦਿੱਤਾ, ਕੱਲ ਤੈਨੂੰ ਕੋਈ ਕਿਸੇ ਖੂਹ ਚ ਡਿੱਗਿਆ ਮਿਲਿਆ ਤੂੰ ਉਹਨੂੰ ਵੀ ਕੱਢ ਲਏਗਾ। ਤੈਨੂੰ ਇੰਨੇ ਜੋਗਾ ਕਰ ਦਿੱਤਾ, ਕੱਲ ਤੇਰੇ ਸਾਹਮਣੇ ਕੋਈ ਹੋਰ ਖੂਹ ਚ ਡਿੱਗਿਆ ਮਿਲਿਆ ਤੂੰ ਉਹਨੂੰ ਬਾਹਰ ਕੱਢ ਲਏਗਾ। ਅੱਜ ਇਹ ਬਖਸ਼ਿਸ਼ ਮਹਾਰਾਜ ਸਾਹਮਣੇ ਵਰਤਾਈ ਤੇ ਭਾਈ ਮੰਝ ਨੂੰ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ, ਬੋਹੇ ਤੇ ਜਹਾਜ਼ ਨੂੰ ਕਹਿੰਦੇ ਆ, ਜਗ ਲੰਘਣ ਹਾਰਾ। ਤੇ ਸਿੱਖੀ ਦਾ ਪ੍ਰਚਾਰਕ ਥਾਪਿਆ ਸਤਿਗੁਰੂ ਪਾਤਸ਼ਾਹ ਨੇ ਕਿ ਭਾਈ ਮੰਝ ਜਾ ਭਾਈ ਇਹ ਸਿੱਖੀ ਦਾ ਪ੍ਰਚਾਰ ਕਰ, ਤੂੰ ਅੱਜ ਤੋਂ ਇਹ ਸਿੱਖੀ ਦੇ ਬੇੜੇ ਵਿੱਚ ਬਿਠਾ ਲੋਕਾਂ ਨੂੰ ਇਸ ਮੋਹ ਮਾਇਆ ਲੋਕ ਲੱਜਿਆਂ ਦੇ ਖੂਹਾਂ ਚੋਂ ਬਾਹਰ ਕੱਢ ਤੇ ਉਹਨਾਂ ਨੂੰ ਸੱਚ ਦੇ ਰਾਹ ਤੇ ਤੋਰ ਕੇ ਪ੍ਰਮਾਤਮਾ ਨਾਲ ਜੋੜ। ਤੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿ ਰਿਹਾ ਆਪ ਹਾਥ ਹੈ ਮੁਜਬਰੇ, ਮਹਾਰਾਜ ਮੇਰੇ ਸਿੱਖ ਕਿਸੇ ਵੀ ਖੂਹ ਚ ਡਿੱਗੇ ਹੋਣ ਤੇ ਇਹਨਾਂ ਨੂੰ ਕੱਢ ਲਿਓ। ਡਿੱਗ ਪੈਂਦੇ ਆ, ਵੱਡੇ ਵੱਡੇ ਡਿੱਗ ਪੈਂਦੇ ਆ, ਮਾਨ ਮੁਨੀ ਮੁਨ ਵਰਗਲੇ ਮਾਨ ਸਭੈ ਕੋ ਖਾ, ਵੱਡੇ ਵੱਡੇ ਮੁਨੀਵਰ ਰਿਖੀ ਬੜੇ ਤਪਸਵੀ ਲੋਕ ਵੀ ਮੈਂ ਡਿੱਗਦੇ ਵੇਖਿਆ। ਮਹਾਰਾਜ ਕਹਿੰਦੇ ਡਿੱਗਦੇ ਆ, ਮੇਰੇ ਸਿੱਖਾਂ ਤੋਂ ਵੀ ਭੁੱਲ ਚੁੱਕ ਹੋ ਜਾਂਦੀ ਆ, ਬਸ ਜਿਹੜੇ ਮਰਜੀ ਖੂਹ ਚ ਮੇਰਾ ਸਿੱਖ ਡਿੱਗਿਆ ਹੋਵੇ ਕੱਢ ਲਿਓ। ਇਹ ਅਰਦਾਸ ਕੀਤੀ ਆ ਗੁਰੂ ਗੋਬਿੰਦ ਸਿੰਘ ਸਾਨੂੰ ਕਰਨ ਲਈ ਹੁਕਮ ਕੀਤਾ ਹੈ। ਤੇ ਸਤਿਗੁਰੂ ਕਹਿ ਰਿਹਾ ਭਾਈ ਇਹ ਜਿਹੜਾ ਆਪ ਹਾਥ ਦਾ ਮੁਜਬਰਿਆ ਮਰਨ ਕਾਲ ਕਾ ਤਰਾਸ ਨਵਰੀਆ। ਮੈਂ ਕੱਲ ਵੀ ਬੇਨਤੀ ਕੀਤੀ, ਇੱਕ ਇੱਕ ਪੰਕਤੀ ਦਾ ਵਿਸਥਾਰ ਬਹੁਤ ਹੈ। ਮਨ ਚ ਸੀ ਅੱਜ ਦੋ ਪਦੇ ਆਪਾਂ ਸਾਂਝੇ ਕਰਾਂਗੇ, ਪਰ ਨਹੀਂ, ਇੱਕ ਇੱਕ ਪੰਕਤੀ ਰੋਕਦੀ ਹੈ ਕਿ ਭਾਈ ਨਹੀਂ, ਇੱਥੇ ਇੰਨਾ ਸਤਿਗੁਰੂ ਗਹਿਰ ਗੰਭੀਰ ਉਪਦੇਸ਼ ਬਖਸ਼ਿਸ਼ ਕਰਦੇ ਆ, ਇੰਨਾ ਉਹਦੇ ਵਿੱਚੋਂ ਇਤਿਹਾਸ ਦੀਆਂ ਪਰਤਾਂ ਖੁੱਲ ਜਾਂਦੀਆਂ ਨੇ। ਤੇ ਗੱਲ ਜਿੰਨੀ ਮਰਜ਼ੀ ਅਸੀਂ ਸਮਝ ਲਈਏ ਤੇ ਇੱਥੇ ਗੱਲ ਸਾਰੀ ਅਰਦਾਸ ਰੂਪ ਵਿੱਚ ਜਿਹੜੀ ਇਹ ਬਾਣੀ ਹੈ ਅਰਦਾਸ ਦੀ ਚੱਲ ਰਹੀ ਹੈ। ਕਿੰਨੀ ਸਮਰਪਣਤਾ ਨਾਲ ਮਹਾਰਾਜ ਅਰਦਾਸ ਕਰ ਰਿਹਾ ਤੇ ਸਾਨੂੰ ਕਰਨ ਦੀ ਜਾਚ ਸਿਖਾ ਰਿਹਾ। ਤੇ ਅਰਦਾਸ ਕਰਕੇ ਕਹਿ ਰਿਹਾ ਮੈਨੂੰ ਮੌਤ ਦਾ ਡਰ ਹੈ, ਮਰਨ ਕਾਲ ਕਾ ਤਰਾਸ ਨਵਰੀਆ। ਇਹ ਮੌਤ ਦਾ ਡਰ ਮੇਰੇ ਮਨ ਚੋਂ ਕੱਢ ਦੇ। ਚਲੋ ਮੌਤ ਦੇ ਇਹਦੀ ਆਪਾਂ ਕੱਲ ਵਿਆਖਿਆ ਕਰਾਂਗੇ। ਮਰਨ ਕਾਲ ਕਾ ਤਰਾਸ ਨਵਰੀਆ, ਹੂਜੋ ਸਦਾ ਹਮਾਰੇ ਪੱਛਾ। ਹੂਜੋ ਦਾ ਮਤਲਬ ਹੁੰਦਾ ਕਿ ਸਦਾ, ਹਮਾਰੇ ਪੱਛਾ, ਪੱਛਾ ਦਾ ਮਤਲਬ ਪੱਖ। ਹੁਣੇ ਤੁਸੀਂ ਹਰ ਵੇਲੇ ਮੇਰੇ ਪੱਖ ਵਿੱਚ ਰਹੋ। ਪਰਮਾਤਮਾ ਬੇਪਰਵਾਹ ਸਦਾ ਰੰਗ ਹਰ ਕੇ ਜਾਗੋ ਪਾਕ ਸਵਾਮੀ, ਜਿਹਦੇ ਪੱਖ ਵਿੱਚ ਰੱਬ ਖੜਾ ਹੋਵੇ ਉਹਨੂੰ ਪਰਵਾਹ ਹੀ ਨਹੀਂ ਕਿਸੇ ਦੀ। ਹੂਜੋ ਸਦਾ ਹਮਾਰੇ ਪੱਛਾ ਆਪ ਹਾਥ ਦਾ ਮੁਜਬਰਿਆ। ਸਤਿਗੁਰੂ ਮਰਨ ਕਾਲ ਕਾ ਤਰਾਸ ਨਵਰੀਆ, ਹੂਜੋ ਸਦਾ ਹਮਾਰੇ ਪੱਛਾ। ਸ੍ਰੀ ਅਸ ਤੁਜੋ ਕਰਿਓ ਰੱਛਾ। ਸ੍ਰੀ ਸ਼੍ਰੋਮਣੀ, ਅਸ ਪਲੱਸ ਤੁਜ, ਤੁਜ ਕਹਿੰਦੇ ਆ ਝੰਡੇ ਨੂੰ, ਅਸ ਕਹਿੰਦੇ ਆ ਕਿਰਪਾਨ ਨੂੰ। ਜਿਸ ਝੰਡੇ ਵਿੱਚ ਕਿਰਪਾਨ ਜਾਂ ਸ਼ਸਤਰਾਂ ਦਾ ਨਿਸ਼ਾਨ ਹੋਵੇ ਉਹਨੂੰ ਅਸ ਤੁਜ ਕਿਹਾ ਜਾਂਦਾ ਹੈ। ਰੱਬ ਦੇ ਝੰਡੇ ਵਿੱਚ ਸ਼ਸਤਰਾਂ ਦਾ ਨਿਸ਼ਾਨ ਹੈ, ਉਹ ਸ਼੍ਰੋਮਣੀ ਹੈ, ਉਹ ਮਾਇਆ ਦਾ ਪਤੀ ਹੈ। ਸ੍ਰੀ ਅਸ ਤੁਜੋ ਕਰਿਓ ਰੱਛਾ, ਹੇ ਸ਼ਸਤਰਾਂ ਵਾਲੇ ਝੰਡੇ ਦੇ ਧਾਰਨੀ, ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੂੰ ਸਭ ਦੀ ਰੱਖਿਆ ਕਰਨ ਦੇ ਸਮਰੱਥ ਹੈ। ਮੇਰੀ ਵੀ ਰੱਖਿਆ ਕਰੋ, ਮੇਰੇ ਹਰ ਵੇਲੇ ਪੱਖ ਚ ਰਹੋ, ਮੇਰੇ ਅੰਗ ਸੰਗ ਰਹੋ, ਕਿਉਂਕਿ ਜਦੋਂ ਤੁਸੀਂ ਨਾਲ ਹੋਗੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਦੋਂ ਤੂੰ ਮੇਰੇ ਵੱਲ ਹੋਵੇਂ ਕਿ ਮੈਨੂੰ ਕਿਸੇ ਦੀ ਕੀ ਮੁਛੰਦਗੀ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਹਿ। ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੈ ਘਰ ਧਿਆਨ। ਮਾਰੇ ਕਹਿੰਦੇ ਜਾਮ ਗੁਰੂ ਹੋਏ ਵੱਲ ਜਿਹੜਾ ਗਿਆਨ ਅਰ ਧਿਆਨ ਅਨੰਨ ਪਰ। ਤੇ ਇੱਥੇ ਜਾਮ ਗੁਰੂ ਜਿਹਦੇ ਵੱਲ ਗੁਰੂ ਹੋ ਜਾਏ, ਸਤਿਗੁਰੂ ਕਹਿੰਦਾ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚ ਸੱਚੈ ਘਰ। ਜੋ ਗੁਰੂ ਗੁਰੂ ਐਨਲ ਜਪੈ ਦਾਸ ਪਟ ਬੇਨਤ ਕਹੈ, ਤੇ ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹ ਤੇ ਰਹਿ। ਮਰਨ ਕਾਲ ਕਾ ਤਰਾਸ ਨਵਰੀਆ। ਸੋ ਇਸ ਲਈ ਭਾਈ ਇਹ ਅਰਦਾਸ ਕਰਨੀ ਆ, ਸਤਿਗੁਰੂ ਕਿਰਪਾ ਕਰੋ, ਇਹ ਅਕਾਲ ਪੁਰਖ ਵਾਹਿਗੁਰੂ ਸਭ ਦੀ ਰੱਖਿਆ ਕਰਨ ਵਾਲੇ ਸਾਡੀ ਰੱਖਿਆ ਕਰੋ, ਸਾਡੇ ਪੱਖ ਵਿੱਚ ਰਹੋ, ਸਾਡੇ ਅੰਗ ਸੰਗ ਰਹੋ, ਸਾਡੇ ਮਨ ਚੋਂ ਮੌਤ ਦਾ ਡਰ ਖਤਮ ਕਰੋ। ਆਪਣਾ ਹੱਥ ਦੇ ਕੇ ਅਸੀਂ ਜਿਹੜੇ ਅੱਜ ਵਿਕਾਰਾਂ ਨਸ਼ਿਆਂ ਦੇ ਖੂਹਾਂ 'ਚ ਡਿੱਗੇ ਪਏ ਆ, ਪਤਾ ਨਹੀਂ ਕਿੰਨੇ ਤਰ੍ਹਾਂ ਦੇ ਖੂਹ ਵੀ ਮੈਨੂੰ ਲੱਗਦਾ ਗਿਣਤੀ ਮੁੱਕ ਜਾਏਗੀ ਸਾਡੇ ਕੋਲ, ਇੰਨੇ ਖੂਹਾਂ 'ਚ ਅੱਜ ਇਹ ਸੁਰਤ ਕਰਕੇ ਅਸੀਂ ਡਿੱਗੇ ਹੋਇਆ। ਗੁਰੂ ਨਾਨਕ ਸਾਹਿਬ ਨੇ ਇੱਕ ਵਾਰ ਕਿਸੇ ਕੀੜੇ ਨੂੰ ਚਿੱਕੜ 'ਚੋਂ ਕੱਢ ਰਿਹਾ। ਭਾਈ ਮਰਦਾਨਾ ਕਹਿੰਦਾ ਸਤਿਗੁਰੂ ਤੁਸੀਂ ਬੰਦਿਆਂ ਨੂੰ ਤਾਂ ਚਿੱਕੜ 'ਚੋਂ ਕੱਢਦੇ ਹੀ ਸੀ ਤੇ ਹੁਣ ਕੀੜੇ ਵੀ ਕੱਢਣ ਲੱਗ ਪਏ। ਮਹਾਰਾਜ ਕਹਿੰਦੇ ਕੀੜਾ ਨਹੀਂ, ਇਹ ਮਨੁੱਖ ਹੈ।
ਇਹ ਕੀੜਾ ਨਹੀਂ, ਇਹ ਮਨੁੱਖ ਹੈ। ਸਤਿਗੁਰੂ ਦਾ ਕੀੜਾ ਕਹਿੰਦੇ ਨਹੀਂ, ਇਨਸਾਨ ਦੀ ਬਿਰਤੀ ਇਸ ਕੀੜੇ ਵਰਗੀ ਹੋ ਚੁੱਕੀ ਹੈ, ਗੰਦਗੀ 'ਚ ਹੀ ਰਹਿਣਾ ਚਾਹੁੰਦਾ, ਚਿੱਕੜ 'ਚ ਹੀ ਰਹਿਣਾ ਚਾਹੁੰਦਾ, ਖੂਹ 'ਚ ਹੀ ਰਹਿਣਾ ਚਾਹੁੰਦਾ। ਬਸ ਮੈਂ ਇਹ ਕੀੜਾ ਕੱਢ ਕੇ ਤਾਂ ਦੱਸਿਆ ਹੀ ਆ ਵੀ ਜਿਨ੍ਹਾਂ ਦੀ ਬਿਰਤੀ ਕੀੜੇ ਵਰਗੀ ਗਲੀਆਂ ਨਾਲੀਆਂ 'ਚ ਰਹਿਣ ਦੀ ਹੋ ਗਈ, ਮੈਂ ਉਸ ਬਿਰਤੀ ਨੂੰ ਉੱਚਾ ਚੱਕ ਕੇ ਉਹਨੂੰ ਮਾਨ ਸਰੋਵਰਾਂ ਦਾ ਹੰਸ ਬਣਾਉਣਾ। ਉਹਦੀ ਸਾਂਝ ਮੈਂ ਹੀਰੇ ਮੋਤੀਆਂ ਨਾਲ ਪਵਾਉਣੀ ਹੈ, ਡੱਡੀਆਂ ਮੱਛੀਆਂ ਨਾਲ ਨਹੀਂ ਪਵਾਉਣੀ। ਇਹ ਸਤਿਗੁਰੂ ਦਾ ਬਿਰਦ ਹੈ ਭਾਈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ। ਸਤਿਗੁਰੂ ਨਾਨਕ ਜਿਨ ਕਲ ਰਾਖੀ। ਮੇਰੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। तमाम ਭੁੱਲਾਂ ਚੁੱਕਾਂ ਦੀ ਖਿਮਾ ਦਿਓ ਸੱਜਣ ਅਸੀਸਣੀਆਂ ਜੋ ਹੋਵੇ। ਸਾਹਿਬ ਸਿਓ ਮੇਲ ਸਾਰੀ ਸੰਗਤ ਆਨੰਦ ਸਾਹਿਬ ਦੀ ਬਾਣੀ ਚ ਰਸਨਾ ਪਵਿੱਤਰ ਕਰੋ। ਫਿਰ ਅਰਦਾਸ ਬੇਨਤੀ ਵਿੱਚ ਜੁੜਾਂਗੇ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ